ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਡਾਕਟਰ ਰਮੇਸ਼, ਲੇਸਿਕ ਤੇ ਕੈਟਰ ਸਰਜਨ, ਡਾਕਟਰ ਮੇਸੂ ਸੁਪਰ ਸਪੈਸ਼ਲਿਟੀ ਆਈ ਲੇਜ਼ਰ ਸੈਂਟਰ ਪਾਈ 29 ਸਿੰਘ ਲੁਧਿਆਣਾ ਤੋਂ। ਮੈਂ ਤੁਹਾਡੇ ਨਾਲ ਅੱਜ ਬਹੁਤ ਹੀ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਿਹਾ। ਉਹ ਟੌਪਿਕ ਹੈਗਾ ਕਿ ਅੱਜ ਦੇ ਸਮੇਂ ਦੇ ਵਿੱਚ ਕਰੋਨਾ ਨੇ ਜੋ ਇੰਨੀ ਮਹਾਮਾਰੀ ਫੈਲ ਕਿ ਇੰਨਾ ਪੈਨਿਕ ਫੀਲ ਕੀਤਾ ਹੋਇਆ, ਆਪਾਂ ਸਾਰੇ ਲੋਕਡਾਊਨ ਘਰੇ ਬੈਠੇ ਹਾਂ, ਹੋਮ ਸਟੇ ਕਰਦੇ ਹੋਏ। ਸਾਡੇ ਜਿਹੜੇ ਛੋਟੇ ਬੱਚੇ ਨੇ ਜਾਂ ਨੌਜਵਾਨ ਨੇ, ਯੂਥ ਜਿਹੜਾ ਹੈਗਾ ਆ, ਉਹ ਵੀ ਘਰੇ ਬੈਠਾ, ਅਤੇ ਉਹ ਯੂਥ ਜਿਹੜਾ ਹੈਗਾ, ਉਹ ਯੂਥ ਨੂੰ ਆਪਾਂ ਸਾਰਿਆਂ ਨੂੰ ਪਿਆਰ ਦੇ ਨਾਲ ਆਪਾਂ ਇਸ ਕਰੋਨਾ ਕ੍ਰਾਈਸਿਸ ਦੇ ਵਿੱਚ ਇਨਵੋਲਵ ਕਿੱਦਾਂ ਕਰ ਸਕਦੇ ਹਾਂ, ਉਹਨਾਂ ਦੀ ਸੇਵਾਵਾਂ ਕਿੱਦਾਂ ਲੈ ਸਕਦੇ ਹਾਂ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਆਪਾਂ ਸਾਰੇ ਜਾਣਦੇ ਹਾਂ ਵੀ ਜਿਹੜਾ ਯੂਥ ਜਿਹੜਾ ਹੈਗਾ ਇਸ ਸਮੇਂ ਘਰੇ ਬੈਠੇ ਜਿਹੜੇ ਆਪਣਾ ਉਹਨਾਂ ਨੂੰ ਪੋਜ਼ੀਟਿਵ ਪਾਸੇ ਲੈ ਕੇ ਆਉਣਾ, ਉਹ ਇੱਕ ਬਹੁਤ ਵੱਡਾ ਕੰਮ ਹੈਗਾ। ਉਹ ਆਮ ਕਰਕੇ ਜਿਹੜਾ ਹੁਣ ਆਪਾਂ ਦੇਖਦੇ ਹਾਂ, ਸੁਣਨ ਨੂੰ ਚਾਹ ਰਿਹਾ, ਬੱਚੇ ਮੋਬਾਈਲ, ਟੀ ਵੀ 'ਚ ਫਿਲਮਾਂ, ਉਹ ਉਸ ਤੋਂ ਪਾਸੇ ਆਪਣੇ ਆਪ ਨੂੰ ਲਗਾ ਰਹੇ ਨੇ। ਲੇਕਿਨ ਆਓ ਆਪਾਂ ਵਨ ਬਾਏ ਵਨ ਡਿਸਕਸ ਕਰੀਏ ਕਿ ਆਪਾਂ ਜਿਹੜੇ ਯੂਥ ਹੈਗਾ ਆ, ਉਹ ਸਾਡੇ ਕਰੋਨਾ ਕ੍ਰਾਈਸਿਸ ਦੇ ਵਿੱਚ ਕਿਸ ਤਰ੍ਹਾਂ ਰੋਲ ਪਲੇ ਕਰ ਸਕਦਾ ਘਰ ਰਹਿ ਕੇ ਵੀ। ਆਓ ਡਿਸਕਸ ਕਰਦੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮਿਸ਼ਨ ਪੁਨਰਜੋਤ ਦੀ। ਮਿਸ਼ਨ ਪੁਨਰਜੋਤ ਪਿਛਲੇ 28 ਸਾਲ ਲਗਾਤਾਰ ਆਪਾਂ ਚਲਾਉਂਦੇ ਆ ਰਹੇ, ਜਿਸ 'ਚ ਅੱਖਾਂ ਦਾਨ ਦਾ ਪ੍ਰਚਾਰ ਹੋ ਰਿਹਾ ਅਤੇ ਫਰੀ ਅੱਖਾਂ ਮਿਲਦੀਆਂ ਨੇ ਅਤੇ ਫਰੀ ਕੋਲਿਕ ਟ੍ਰਾਂਸਪਲੇਸ਼ਨ ਹੋ ਕੇ ਦੇਸ਼ ਸੇਵਾ ਹੋ ਰਹੀ ਹੈ। ਸਾਡੇ ਇਸ ਵੱਡੇ ਸਾਰੇ ਮਿਸ਼ਨ ਦੇ ਵਿੱਚ ਸਾਡੇ ਯੂਥ ਦਾ ਬਹੁਤ ਵੱਡਾ ਰੋਲ ਹੈਗਾ, ਨੌਜਵਾਨਾਂ ਦਾ। ਮੈਂ ਗੱਲ ਕਰਾਂਗਾ ਸਾਡੇ ਇੰਟਰਨੈਸ਼ਨਲ ਕੋਆਰਡੀਨੇਟਰ ਅਸ਼ੋਕ ਮਹਿਰਾ ਜੀ, ਜਿਨ੍ਹਾਂ ਨੇ ਪਹਿਲਾਂ ਸਾਡੇ ਸੇਵਾ ਨਿਭਾਈ ਹੈਗੀ ਆ ਸਟੇਟ ਕੋਆਰਡੀਨੇਟਰ ਪੁਨਰਜੋਤ ਮਿਸ਼ਨ ਦੀ, ਜੋ ਕਿ ਫਗਵਾੜਾ ਤੋਂ ਨੇ। ਉਹਨਾਂ ਨੇ ਇੱਕ ਬਹੁਤ ਅੱਛੀ ਟੀਮ ਆਪਣੇ ਨੌਜਵਾਨਾਂ ਦੀ ਕ੍ਰੀਏਟ ਕੀਤੀ, ਜਿਹਨੇ ਸਮੁੱਚੇ ਪੰਜਾਬ ਦੇ ਵਿੱਚ ਹਰ ਸ਼ਹਿਰਾਂ ਦੇ ਤਕਰੀਬਨ ਨੌਜਵਾਨ ਸਾਡੇ ਸੰਸਥਾਵਾਂ ਨੇ ਜਿਹੜੀਆਂ ਅੱਗੇ ਮਿਸ਼ਨ ਵਾਸਤੇ ਕੰਮ ਕਰਦੀਆਂ ਨੇ, ਵੱਖ-ਵੱਖ ਨਾਮਾਂ ਤੋਂ ਅਤੇ ਪੁਨਰਜੋਤ ਨਾਲ ਵੀ। ਉਹ ਅਸ਼ੋਕ ਮਹਿਰਾ ਜੀ ਇੱਕ ਬਹੁਤ ਹੀ ਡੈਡੀਕੇਟਿਡ ਪਰਸਨੈਲਿਟੀ ਨੇ, ਜਿਹੜੇ ਯੂਕੇ ਤੋਂ ਆ ਕੇ ਹੁਣ ਇੰਡੀਆ ਦੇ ਵਿੱਚ ਰਹਿ ਰਹੇ ਨੇ ਫਗਵਾੜੇ ਵਿਖੇ, ਅਤੇ ਬਹੁਤ ਹੀ ਅੱਛੀ ਕਮਾਲ ਦੀ ਸੇਵਾ ਕਰਦੇ ਨੇ। ਮੈਂ ਇੱਕ ਤੁਹਾਨੂੰ ਉਹਨਾਂ ਦੇ ਇੱਕ ਸੇਵਾ ਦਾ ਇੱਕ ਪੱਖ ਦੱਸਣਾ ਚਾਹੁੰਦਾ, ਜਿਹੜਾ ਦਿਨ ਰਾਤ ਉਹ ਸੋਚਦੇ ਨੇ ਕਿ ਸਾਡੇ ਸਮਾਜ ਦਾ ਭਲਾ ਹੋਣਾ ਚਾਹੀਦਾ ਹੈ, ਨੌਜਵਾਨ ਨਾਲ ਜੋੜਦੇ ਨੇ। ਉਹਨਾਂ ਨੇ ਪਿਛਲੇ 1-2 ਸਾਲ ਪਹਿਲਾਂ ਉਹਨਾਂ ਨੇ NCC ਦੇ ਜਿਹੜੇ ਹੈਗੇ ਨੇ ਉਹਨਾਂ ਦੇ ਇੰਚਾਰਜ ਮਿਸਟਰ ਪਰਮਾਰ, ਜਿਹੜੇ ਬ੍ਰਿਗੇਡੀਅਰ ਸਾਹਿਬ ਸੀਗੇ ਪਹਿਲਾਂ ਆਪਣੇ ਜਲੰਧਰ ਪੋਸਟਿੰਗ ਸੀ ਇਹਨਾਂ ਦੀ, ਉਹਨਾਂ ਨਾਲ ਸੰਪਰਕ ਕਰਕੇ ਘੱਟੋ ਘੱਟ 200 ਤੋਂ ਵੱਧ ਸੈਮੀਨਾਰ ਕੀਤੇ ਹੋਣਗੇ ਉਹਨਾਂ ਨੇ ਕਾਲਜ ਦੇ ਵਿੱਚ, ਜਿਹਦੇ ਵਿੱਚ ਨੌਜਵਾਨਾਂ ਨੂੰ ਮੋਟੀਵੇਟ ਕੀਤਾ, NCC ਦੇ ਸਟੂਡੈਂਟਸ, NSS ਦੇ ਸਟੂਡੈਂਟਸ ਨੂੰ, ਵੀ ਤੁਸੀਂ ਇੱਕ ਨੌਜਵਾਨ ਜਿਹੜਾ ਹੈ ਉਹ ਆਈ ਡੋਨੇਸ਼ਨ ਕਿਵੇਂ ਰੋਲ ਪਲੇ ਕਰ ਸਕਦਾ ਹੈ। ਮੋਟੀਵੇਸ਼ਨ ਕਰਨ ਤੋਂ ਬਾਅਦ ਸਾਡੇ ਪਰਮਾਰ ਸਾਹਿਬ ਦੇ ਰਹਿਨੁਮਾਈ ਅੰਦਰ ਉਹਨਾਂ ਨੇ ਜਿਹੜਾ ਬਟਾਲੀਅਨ, ਜਿਹੜੇ NCC ਬਟਾਲੀਅਨ ਹੈਗੇ ਆ, ਉਹਦੇ ਵਿੱਚ ਤਕਰੀਬਨ ਜਿਹੜੇ ਜਲੰਧਰ, ਕਪੂਰਥਲਾ, ਫਗਵਾੜਾ, ਗੁਰਦਾਸਪੁਰ, ਪਠਾਨਕੋਟ, ਆਦਮਪੁਰ, ਜੋ NCC ਬਟਾਲੀਅਨ ਕਾਲਜ ਦੇ ਹੈਗੇ, ਉਸ ਰੀਜਨ ਦੇ ਵਿੱਚ ਉਹਨਾਂ ਨੇ ਸੈਮੀਨਾਰ ਕਰਨ ਤੋਂ ਬਾਅਦ, ਮੋਟੀਵੇਟ ਕਰਨ ਤੋਂ ਬਾਅਦ, ਉਹਨਾਂ ਨੇ 60,000 ਅੱਖਾਂ ਦਾਨ ਦੇ ਪਲੇਟਫਾਰਮ ਪ੍ਰੋਵਾਈਡ। ਇਹ ਬਹੁਤ ਵੱਡੀ ਗੱਲ ਹੈ। ਮੈਨੂੰ ਬੜੀ ਮਾਣ ਦੀ ਗੱਲ ਲੱਗਦੀ ਹੈ ਵੀ ਸਾਡੇ ਪੁਨਰਜੋਤ ਵਾਸਤੇ ਤਾਂ ਹੈ ਹੀ ਹੈ ਵੀ 60,000 ਫਾਰਮ ਇਕੱਠੇ ਨੌਜਵਾਨਾਂ ਨੇ ਆਈ ਡੋਨੇਸ਼ਨ ਦੇ ਪ੍ਰੋਵਾਈਡ, ਅਤੇ ਉਹ ਫਿਰ ਸਾਡੇ ਪਰਮਾਰ ਸਾਹਿਬ ਨੇ, ਬ੍ਰਿਗੇਡੀਅਰ ਸਾਹਿਬ ਨੇ ਸਾਡੇ ਅਸ਼ੋਕ ਮਹਿਰਾ ਜੀ ਨੂੰ ਦਿੱਤੇ, ਅਤੇ ਉਹ ਸਾਡੇ ਨੌਜਵਾਨ ਨਾਲ ਜੁੜੇ ਹੋਏ ਨੇ, ਉਹ ਆਪਣੀ ਆਈ ਡੋਨੇਸ਼ਨ ਦਾ ਕੰਮ ਕਰ ਰਹੇ ਨੇ। ਇੱਕ ਪਹਿਲੂ ਦੱਸਿਆ ਵੀ NCC ਦੇ ਸਟੂਡੈਂਟਸ, NSS ਦੇ ਸਟੂਡੈਂਟ ਜੋ ਸਮਝ ਲਿਆ ਦੇਸ਼ ਸੇਵਾ ਵਾਸਤੇ ਅੱਗੇ ਆਉਂਦੇ ਨੇ ਅਤੇ ਆਈ ਡੋਨੇਸ਼ਨ ਅੱਗੇ ਪਾਰਟੀਸਪੇਟ ਕਰ ਰਹੇ ਹੈ। ਸੋ ਉਹਨਾਂ ਨਾਲ ਜੁੜੇ ਹੋਏ ਨੇ ਸਾਡੇ ਬਲੱਡ ਡੋਨਰਸ ਪੰਜਾਬ ਦੇ ਨੌਜਵਾਨ, ਆਪ ਵੀ ਬਹੁਤ ਵਾਰ ਉਹਨਾਂ ਨੇ ਬਲੱਡ ਡੋਨੇਸ਼ਨ ਕੀਤੀ ਹੈਗੀ, ਅਤੇ ਹੋਰਾਂ ਨੂੰ ਮੋਟੀਵੇਟ ਕਰਦੇ ਨੇ, ਅਤੇ ਸਮੁੱਚੇ ਪੰਜਾਬ 'ਚ ਸੰਸਥਾਵਾਂ ਨੇ ਕਿਤੇ ਵੀ ਲੋੜ ਹੈਗੀ ਹੈ ਉਹ ਪੂਰਾ ਕਰਦੇ ਨੇ ਬਲੱਡ ਵਾਸਤੇ। ਅਤੇ ਉਸ ਤੋਂ ਉੱਪਰ ਫਿਰ ਉਹਨਾਂ ਦੇ ਸੋਸ਼ਲ ਜਿਹੜਾ ਹੈਗਾ ਏਰੀਆ, ਫੀਲਡ ਜਿਹੜਾ ਹੈਗਾ ਬਹੁਤ ਹੈਗਾ, ਉੱਥੇ ਬਿਰਧ ਆਸ਼ਰਮ ਹੋ ਗਏ, ਇਲਾਕੇ ਨੂੰ ਕਾਫੀ ਅੱਛੀ ਸੇਵਾਵਾਂ ਨਿਭਾਉਂਦੇ ਆ ਰਹੇ ਨੇ, ਅਤੇ ਫੇਸਬੁੱਕ 'ਤੇ ਵੀ ਉਹ ਕਾਫੀ ਜਿਹੜਾ ਹੈਗਾ ਸੋਸ਼ਲ ਐਕਟੀਵਿਟੀਜ਼ ਵਿੱਚ ਪਾਰਟੀਸਪੇਟ ਕਰਦੇ ਰਹਿੰਦੇ ਆ। ਸੋ ਮੇਰੇ ਦੱਸਣ ਦਾ ਭਾਵ ਹੈ ਵੀ ਇੱਕ ਨੌਜਵਾਨ ਜਿਹਨੇ ਇੰਡੀਆ 'ਚ ਆ ਕੇ ਇੰਗਲੈਂਡ ਤੋਂ ਨੌਜਵਾਨ ਨਾਲ ਲਾ ਕੇ ਇਸ ਅੱਖਾਂ ਦਾਨ ਦੀ ਮੁਹਿੰਮ ਨੂੰ ਇੱਕ ਉਸ ਮੁਕਾਮ 'ਤੇ ਪਹੁੰਚਾਤਾ
ਜਿੱਥੇ ਪੰਜਾਬ ਇੰਡੀਆ ਦਾ ਬੜੇ ਮਾਣ ਦੀ ਗੱਲ ਕਰ ਸਕਦੇ ਵੀ ਪਹਿਲਾ ਸੂਬਾ ਬਣ ਜਾ ਰਿਹਾ ਜਿੱਥੇ ਅੱਖਾਂ ਦਾਨ ਲੈਣ ਦੀ ਲਿਸਟ ਨਹੀਂ ਹੋਏਗੀ, ਬਹੁਤ ਵੱਡੀ ਗੱਲ। ਜਿੱਥੇ ਅਨਪੜ੍ਹਤਾ, ਗਰੀਬੀ ਤੇ ਅੰਧ ਵਿਸ਼ਵਾਸ ਸੀਗਾ ਅੱਖਾਂ ਦਾਨ ਪ੍ਰਤੀ, ਉਹ ਸਾਰੇ ਜਿਹੜੇ ਸੀਗੇ ਤੋੜਦੇ, ਜਿੰਨੇ ਵੀ ਟੈਬੂਜ਼ ਸੀਗੇ, ਮਿਥ ਸੀਗੇ ਸਾਰੇ ਪੰਜਾਬੀਆਂ ਦੇ ਬਾਰੇ। ਸੋ ਸਿਰਫ ਹੁਣ ਜ਼ਿਕਰ ਕਿਉਂ ਕਰ ਰਿਹਾ ਮੈਂ ਇੱਥੇ? ਹੁਣ ਮੈਂ ਜ਼ਿਕਰ ਕਰ ਰਿਹਾ ਵੀ ਜਿਹੜੇ ਸਾਡੇ NCC ਦੇ ਸਟੂਡੈਂਟਸ ਹੈਗੇ, NSS ਸਟੂਡੈਂਟਸ ਹੈਗੇ ਜਾਂ ਕਾਲਜ ਗੋਇੰਗ ਸਟੂਡੈਂਟਸ ਹੈ, ਘਰੇ ਬੈਠੇ ਹੈ, ਮੈਂ ਉਹਨਾਂ ਨੂੰ ਅਪੀਲ ਕਰਾਂਗਾ ਵੀ ਜਿਹੜੇ ਜਜ਼ਬੇ ਦੇ ਨਾਲ ਤੁਸੀਂ ਅੱਖਾਂ ਦਾਨ ਦੇ ਫਾਰਮ ਆਪਦੇ ਭਰੇ ਨੇ ਤੇ ਭਰਵਾਏ ਨੇ, ਆਓ ਤੁਸੀਂ ਇਹ ਸੋਚੋ ਵਿਚਾਰੋ ਕਿ ਕਰੋਨਾ ਕ੍ਰਾਈਸਿਸ ਦੇ ਤੁਸੀਂ ਕੁਝ ਕਰ ਸਕਦੇ ਹੋ। ਤੁਸੀਂ ਬਹੁਤ ਕੁਝ ਕਰ ਸਕਦੇ ਹੋ, ਉਹ ਗੱਲਾਂ ਆਪਾਂ ਡਿਸਕਸ ਕਰਾਂਗੇ। ਬਹੁਤ ਜ਼ਰੂਰੀ ਹੈਗਾ। ਜ਼ਰੂਰੀ ਨਹੀਂ NSS ਤੇ NCC, ਕੋਈ ਵੀ ਇਨਸਾਨ ਜਿਹੜਾ ਹੈਗਾ ਜਿਹਨੂੰ ਦੇਸ਼ ਦੇ ਪ੍ਰਤੀ ਪਿਆਰ ਹੈ, ਮਨੁੱਖਤਾ ਪ੍ਰਤੀ ਦਰਦ ਹੈਗਾ ਆ, ਆਪਣੇ ਸਮਾਜ ਪ੍ਰਤੀ ਸਤਿਕਾਰ ਹੈਗਾ ਆ। ਆਪਾਂ ਵੇਖਦੇ ਕਿਵੇਂ ਪੁਲਿਸ ਅਫਸਰ ਸਾਹਿਬਾਨ, ਪੁਲਿਸ ਫੋਰਸਿਸ, ਡਾਕਟਰ ਸੇਵਾ ਕਰ ਰਹੇ ਹੈ, ਕਿ ਆਪਾਂ ਵੀ ਕੁਝ ਕਰ ਸਕਦੇ ਹਾਂ। ਸੋ ਆਪਾਂ ਇਹ ਨਿੱਕੀ ਨਿੱਕੀ ਪਹਿਲੂ ਅੱਜ ਡਿਸਕਸ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਹੈਗੀ ਹੈ। ਕਈ ਵਾਰ ਕੁਝ ਐਂਗਲਸ ਡਿਸਕਸ ਨਹੀਂ ਹੁੰਦੇ, ਕੁਝ ਏਰੀਆਜ਼ ਰਹਿ ਜਾਂਦੇ ਨੇ, ਉਹ ਬੰਦੇ ਨੂੰ ਬਾਅਦ ਜਾਂਦੇ ਮੈਂ ਕਰ ਸਕਦਾ ਸੀਗਾ। ਸੋ ਆਪਾਂ ਇਹ ਅੱਜ ਡਿਸਕਸ ਕਰਕੇ ਹੁਣ ਆਪਾਂ ਸਮੁੱਚੇ ਇੱਕ ਲੜਾਈ ਦੇ ਵਿੱਚ ਆਪਾਂ ਨੌਜਵਾਨਾਂ ਨੂੰ ਲੈ ਕੇ ਆਵਾਂਗੇ। ਘਰੇ ਬੈਠੇ ਬੈਠੇ ਕਿਵੇਂ ਕਰ ਸਕਦੇ ਨੇ, ਆਓ ਆਪਾਂ ਡਿਸਕਸ ਕਰੀਏ। ਜਿਹੜੀ ਹੁਣ ਆਪਦਾ ਹੁਣ ਆਈ ਹੋਈ ਹੈ, ਸਾਨੂੰ ਇਹ ਪ੍ਰੋਬਲਮ ਆਈ ਹੋਈ ਹੈ, ਉਹਦੇ ਵਿੱਚ ਸਵੈ ਇੱਛਾ ਦੇ ਨਾਲ ਇਸ 'ਚ ਸ਼ਾਮਿਲ ਹੋਣਾ ਬਹੁਤ ਇੰਪੋਰਟੈਂਟ ਹੈ। ਮੇਰਾ ਦਿਲ ਕਰਦਾ ਵੀ ਹਾਂ ਵਾਕਈ ਆਪਾਂ ਸੇਵਾ ਕਰਨੀ ਚਾਹੁੰਦੇ। ਇੱਕ ਵਰਡ ਵਾਰ-ਵਾਰ ਆ ਰਿਹਾ, ਸੋਸ਼ਲ ਡਿਸਟੈਂਸਿੰਗ ਰੱਖੋ, ਵੀ ਇੱਕ ਤੋਂ ਦੂਜਾ ਬੰਦਾ ਦੂਰ ਰਵੇ, ਸਪੈਸੀਫਿਕ ਡਿਸਟੈਂਸ ਤੇ। ਹਾਂ ਠੀਕ ਹੈ ਰੱਖੋ, ਲੇਕਿਨ ਪਲੀਜ਼ ਸੋਸ਼ਲ ਆਈਸੋਲੇਸ਼ਨ ਨਾ ਕਰੋ ਕਿ ਆਪਾਂ ਦੁਨੀਆ ਟੱਚ ਹੋ ਜਾਈਏ, ਆਪਾਂ ਡਰ ਕੇ ਬੈਠ ਜਾਈਏ, ਆਪਾਂ ਪਤਾ ਨਹੀਂ ਕੀ ਹੈ, ਆਪਾਂ ਬਾਹਰ ਨਹੀਂ ਨਿਕਲਣਾ। ਠੀਕ ਹੈ ਅੰਦਰ ਰਹੋ, ਲੇਕਿਨ ਤੁਸੀਂ ਆਪਾਂ ਅੱਜ ਕੱਲ੍ਹ ਕਿੰਨਾ ਅੱਛਾ ਮਾਧਿਅਮ ਨੈੱਟ ਦੇ ਨਾਲ, ਇੰਟਰਨੈਟ ਨਾਲ ਆਪਾਂ ਲਿੰਕ ਕਰ ਸਕਦੇ ਹਾਂ ਆਪਣੇ ਆਪ ਨੂੰ ਸੰਸਾਰ ਦੇ ਨਾਲ, ਕਰ ਵੀ ਰਹੇ ਹਾਂ। ਸੋ ਆਪਾਂ ਸੋਸ਼ਲੀ ਆਈਸੋਲੇਟ ਨਹੀਂ ਹੋਣਾ, ਸੋਸ਼ਲ ਡਿਸਟੈਂਸਿੰਗ ਜ਼ਰੂਰ ਰੱਖੋ, ਜ਼ਰੂਰੀ ਵੀ ਹੈਗੀ ਹੈ। ਜ਼ਰੂਰੀ ਹੈਗਾ ਕਿ ਆਪਾਂ ਨੌਜਵਾਨਾਂ ਨੂੰ ਰਿਕੁਐਸਟ ਕਰਾਂਗੇ, ਤੁਸੀਂ ਆਪਣੇ ਏਰੀਏ ਦੇ ਵਿੱਚ ਜੋ ਤੁਹਾਨੂੰ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਆਪਣੇ ਡਿਸਟ੍ਰਿਕਟ ਹੈਲਥ ਐਡਮਿਨਿਸਟ੍ਰੇਸ਼ਨ ਸਰਕਾਰ ਵੱਲੋਂ ਹਦਾਇਤਾਂ ਦਿੰਦੀਆਂ ਨੇ, ਉਹਨਾਂ ਨੂੰ ਫੋਲੋ ਕਰਨਾ ਇਹ ਬਹੁਤ ਜ਼ਰੂਰੀ ਹੈ। ਜੋ ਹੋਮ ਸਟੇ, ਸੋਸ਼ਲ ਡਿਸਟੈਂਸਿੰਗ, ਬਾਰ ਬਾਰ ਹੱਥ ਨੂੰ ਵਾਸ਼ ਕਰਨਾ ਤੇ ਨਾਲ ਆਖਦੇ ਸੈਟ ਮੋਨੀਟਰਿੰਗ ਆਫ ਦੀ ਕੋਵਿਡ-19, ਇਸ ਤੇ ਧਿਆਨ। ਇਹ ਤਾਂ ਪਹਿਲੀ ਗੱਲ। ਅੱਜ ਤੋਂ ਬਾਅਦ ਜੇ ਕੁਝ ਐਕਟੀਵਿਟੀ ਕਰਨੀ ਵੀ ਹੈ, ਸਭ ਤੋਂ ਪਹਿਲਾਂ ਆਪਣੇ ਨੂੰ ਮੈਂਟਲੀ ਪ੍ਰਿਪੇਅਰ ਕਰੋ। ਗੱਲ ਕੁਛ ਨਹੀਂ, ਆਪਾਂ ਸੇਵਾ ਕਰਨ ਲੱਗੇ ਹਾਂ ਤੇ ਆਪਣੇ ਪੇਰੈਂਟਸ ਜਾਂ ਗਾਰਡੀਅਨ ਨਾਲ ਪਹਿਲਾਂ ਗੱਲ ਕਰੋ ਕਿ ਮੈਂ ਆਹ ਕੱਲ ਐਕਟੀਵਿਟੀ ਕਰਨੀ ਹੈ, ਸੇਫਟੀ ਗਾਈਡ ਦਾ ਧਿਆਨ ਰੱਖੂੰਗਾ ਜਾਂ ਰੱਖਾਂਗੀ। ਉਹਨਾਂ ਤੋਂ ਇਜਾਜ਼ਤ ਲੈ ਲਓ, ਕੰਸੈਂਟ ਲੈ ਲਓ, ਮਰਜ਼ੀ ਨਾਲ ਨਹੀਂ ਕਰਨਾ ਸੀ। ਉਹ ਅੱਛੀ ਗੱਲ ਹੈ, ਮਾਂ ਬਾਪ ਵੀ ਖੁਸ਼ ਹੋਣਗੇ, ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਇਸ ਦੇਸ਼ ਸੇਵਾ ਦੇ ਵਿੱਚ ਪਾਰਟਿਸਿਪੇਟ ਕਰਨ ਲੱਗੇ ਹੈਗੇ ਆ, ਉਹਨਾਂ ਦੀ ਕੀਤੀ ਸੇਵਾ ਦੇ ਨਾਲ ਇਸ ਜਾਨ ਬਚ ਸਕਦੀ ਹੈ। ਆਪਾਂ ਆਪਣੇ ਆਪ ਨੂੰ ਖੁਦ ਐਜੂਕੇਟ ਕਰਨਾ ਹੈਗਾ ਕਿ ਇਹਦੇ ਫੈਕਟਸ ਕੀ ਨੇ, ਕਿ ਕਿਸ ਤਰ੍ਹਾਂ ਹੁੰਦਾ ਹੈ, ਕਿਵੇਂ ਫੈਲਦਾ ਹੈ, ਕਿਹੜੇ ਪ੍ਰੀਕਾਸ਼ਨਸ ਹੁੰਦੇ ਨੇ ਤੇ ਉਹ ਕੀ ਕਰ ਸਕਦਾ ਹੈ। ਆਪਣੇ ਆਪ ਨੂੰ ਐਜੂਕੇਸ਼ਨ ਦੇ ਉੱਪਰ ਐਜੂਕੇਟ ਕਰੀਏ ਤੇ ਆਪਣੀ ਫੈਮਿਲੀਜ਼ ਕਰੀਏ, ਫਰੈਂਡਸ ਨੂੰ ਵੀ ਕਮਿਊਨਿਟੀ, ਇਹ ਬਹੁਤ ਜ਼ਰੂਰੀ ਹੈ ਜਿਹੜਾ ਤੁਸੀਂ ਇਨਵੋਲਵ ਕਰਨਾ ਹੈ। ਉਹ ਜਿਹੜੀ ਇਨਫੋਰਮੇਸ਼ਨ ਹੈਗੀ ਨਾ, ਉਹ ਇਸ ਦੇ ਸਮੇਂ ਦੇ ਵਿੱਚ ਬੈਸਟ ਟੂਲ ਹੈਗਾ। तो सब तो पहला मैं चाहूँगा कि वो जेडे जिन्हें आज अपन सुनते पे हैं, देखते हैं कि वो फेक न्यूज़ आ जाती है, वो क्या हो गया, वो बड़ी जल्दी फैली गई। तो पहले मैं चाहूँगा घट्टो घट अपनी कोई न्यूज़ है कि पहले वेरीफाई करिए, बजाय किसी के शेयर कर दें। व्हाट्सएप पे मैसेज आने हैं, पुराने भी वीडियो को आके एडिट करके पा रहे हैं। सो सब तो पहले ये जरूरी हैगा ਆਪਾਂ खुद ऐसा भी सिचुएशन दे ਵਿੱਚ ऐसा भी मतलब कि तूफानी सिचुएशन ਦੇ ਵਿੱਚ ਆਪਣੇ ਆਪ ਨੂੰ ਸ਼ਾਂਤ ਰੱਖਣਾ ਹੈ। ਆਪਾਂ ਇੱਕ ਰਿਸਪੌਂਸਿਬਲ ਪਰਸਨ ਹੈ ਆਪਣੀ ਕੰਟਰੀ ਦੇ। ਤੁਹਾਡੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ।
ਕਰਨੀ ਸੀ ਕਿ ਆਪਣਾ ਖੁਦ ਦੀ ਨੌਲੇਜ ਨੂੰ ਆਪਣਾ ਅਪਡੇਟ ਕਰਨਾ ਹੈ। ਉਹ ਨੌਲੇਜ ਵਾਸਤੇ ਜਿਸਨਾ ਚਾਹਾਂਗਾ ਸਾਡੇ ਦੇਸ਼ ਦੇ ਵਿੱਚ ICMR ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਅਤੇ ਪੰਜਾਬ ਸਰਕਾਰ ਤੇ ਇੰਡੀਆ ਸਰਕਾਰ ਨੂੰ ਸਮੇਂ-ਸਮੇਂ ਸਿਰ ਗਾਈਡ ਦੇ ਆ ਗਏ। ਈਵਨ WHO ਦੀ ਜਿਹੜੀ ਹੈਗੀ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈਗੀ ਉਹਨਾਂ ਵੱਲੋਂ ਵੀ ਬਾਰ-ਬਾਰ ਗਾਈਡਿੰਗ ਦਿਆ ਗਿਆ। एक सारे एक अच्छी इंफॉर्मेशन करते हैं, बहुत से शायद पता नहीं होगा कि वर्ल्ड हेल्थ ऑर्गेनाइजेशन है उन्होंने नौजवानों वास्ते ते एवरी पर्सन वास्ते उन्होंने एक ऑनलाइन कोर्स शुरू किया है। वो कोर्स किया है एक ओपन टू ऑल है, कुछ निक्के इंफॉर्मेशन देते हुए ने इस कोरोना के रिगार्डिंग उन्होंने पढ़ना है, वो पढ़ के मतलब पेपर देना है ऑनलाइन। जिन्होंने 80% को नंबर आते तो फिर WHO वालों एक सर्टिफिकेट ऑनलाइन मिलेगा। कितनी अच्छी बात है, इतना मान खुश होगा कि यार मैं कोविड-19 से WHO का मेरे को सर्टिफिकेट है। ये वो दूसरी जो बात करूँ किसी ना मैं ब्लडशिप करना चाहना हूँ करना तो है फ्री है। ब्लडशिप करना चाहना तो अपना दूसरी तरह से देखो मैं ऑनलाइन WHO का कोर्स किया है। जिन्हें को साइट पे जाओ ਉੱਥੇ ਫਾਰਮੈਟ ਕਰੋ ਕਿ ਉਹ ਤੁਹਾਨੂੰ ਐਸ ਦਿੰਦੇ ਨੇ, ਉਹਦਾ ਵੀ ਪੇਪਰ ਹੁੰਦਾ ਹੈ ਤਾਂ ਉਹ ਆਨਲਾਈਨ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ। तो ये पूरी इंफॉर्मेशन मिल जाएगी, आप कोई भी सेवा शुरू कर सकते हो। ਆਪਾਂ ਡਿਸਕਸ ਕਰਾਂਗੇ ਕਿ ਨੌਜਵਾਨ ਜਿਹੜੇ ਹੈਗੇ ਆ ਜਿਹਨਾਂ ਦੀ ਬ੍ਰੈਂਡਸ਼ਿਪ ਦੇ ਬਾਰੇ ਗੱਲ ਕਰ ਰਹੇ ਕਿ ਕੋਰੋਨਾ ਚ ਪਾਰਟਿਸਿਪੇਟ ਕਰਨਾ, ਉਹਨਾਂ ਵਾਸਤੇ ਛੋਟੀ ਜਿਹੀ ਇੱਕ ਐਂਗਲਸ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਨਾ ਨੌਜਵਾਨਾਂ ਨੂੰ ਮੈਂ ਰਿਕਵੈਸਟ ਕਰਾਂਗਾ ਕਿ ਉਹਨਾਂ ਨੇ ਨਾ ਇੱਕ ਮੌਕੇ ਲੱਭਣੇ ਆ ਕਿ ਕਿਹੜੇ ਫੀਲਡ ਵਿੱਚ ਕੰਮ ਨਹੀਂ ਹੋਇਆ ਹੈ, ਕਿੱਥੇ ਲੋੜਾਂ ਨੇ ਤੇ ਇਸ ਤਰ੍ਹਾਂ ਦੇ ਕੰਮ ਕਰਨੇ ਸਾਡੀ ਕਮਿਊਨਿਟੀ ਜਿਹੜੀ ਹੈਗੀ ਸਾਡਾ ਸਮਾਜ ਸੇਫ ਰਹੇ। तो मैं ये दसना चाहूँगा कि नौजवान वर्ग है ਉਹ ਜਿਹੜੇ ਹੈ ਕਿ ਪ੍ਰੋਬਲਮ ਆ ਰਹੀ ਉਹਨਾਂ ਦੇ ਵਿੱਚ ਉਹ ਜਿਹੜੇ ਯੰਗ ਹੈਗੇ ਤੇ ਹੈਲਦੀ ਹੈਗੇ ਉਹ ਬਹੁਤ ਘੱਟ ਰਿਸਕ ਹੈਗਾ ਕਿ ਉਹਨਾਂ ਨੂੰ ਇਹ ਬਿਮਾਰੀ ਲੱਗ ਸਕਦੀ ਹੈ। ਹਾਂ ਸਾਡੀ ਕਮਿਊਨਿਟੀ ਦੇ ਵਿੱਚ ਸਾਡੀ ਸੋਸਾਇਟੀ ਦੇ ਵਿੱਚ ਜਿਨ੍ਹਾਂ ਨੂੰ ਪਹਿਲਾਂ ਹੀ ਕੁਝ ਸਮੱਸਿਆ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ ਹੈਗੀਆਂ ਨੇ ਜਿਵੇਂ ਹਾਈ ਬਲੱਡ ਪ੍ਰੈਸ਼ਰ, ਹਾਰਟ ਡਿਜ਼ੀਜ਼, ਲੰਗ ਡਿਜ਼ੀਜ਼, ਕੈਂਸਰ ਦੇ ਡਾਇਬੀਟਿਸ ਹੈਗੇ ਨੇ, ਉਹ ਜਿਹਨਾਂ ਨੂੰ ਕੋਈ ਹੈਗੇ ਤਾਂ ਉਹ ਜ਼ਿਆਦਾ ਪ੍ਰੋਨ ਨਹੀਂ, ਉਹ ਜ਼ਿਆਦਾ ਸੰਭਾਵਨਾ ਹੈਗੀ ਹੈ ਜੇ ਉਹਨਾਂ ਨੂੰ कोरोना लागे लग जाते हैं इन्फेक्शन से वो ज़्यादा उन्होंने नुकसान हो सकता है। ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਕੰਪੈਰੀਟਿਵਲੀ ਘੱਟ ਉਹਨਾਂ ਨੂੰ ਨੁਕਸਾਨ ਹੋਣ ਦੇ ਚਾਂਸ ਹੈਗੇ ਆ। ਧਿਆਨ ਸਭ ਨੇ ਰੱਖਣਾ ਹੈ ਕਿ ਉਹ ਜ਼ਿਆਦਾ ਜਿਹੜੀ ਹੈ ਕੈਂਡੀਡੇਟ ਨੇ ਦੱਸੇ ਹੈ ਉਹ ਜ਼ਿਆਦਾ ਸੰਭਾਵਨਾ ਹੋ ਸਕਦੀ ਹੈ। तो सब तो पहले ਆਪਾਂ ਇਹ ਕੋਸ਼ਿਸ਼ ਕਰਨੀ ਹੈ ਕਿ ਆਪਾਂ ਉਹ ਜਿਹੜੀ ਕੈਟੇਗਰੀ ਗੱਲ ਕੀਤੀ ਹੈ ਉਹਨਾਂ ਨੂੰ ਸਪੋਰਟ ਕਰਨਾ। ਸਪੋਰਟ ਕੀ ਕਰਨਾ ਹੈ ਉਹਨਾਂ ਦੇ ਸਾਡੇ ਘਰ ਦੇ ਵਿੱਚ ਵੀ ਜਿਹੜੇ ਹੈਗੇ ਆ ਘਰ 'ਚ ਵੀ ਸੋਸ਼ਲ ਡਿਸਟੈਂਸਿੰਗ ਪੂਰੀ ਰੱਖੋ ਉਹਨਾਂ ਨਾਲ ਜਿਹੜੇ ਬਜ਼ੁਰਗਾਂ ਨੂੰ ਤੇ ਛੋਟੇ ਬੱਚੇ ਨੂੰ ਵੀ ਤੇ ਗੁਆਂਢ ਦੇ ਵਿੱਚ ਵੀ ਤੇ ਨਾਲ ਜਿਹੜੇ ਲੋਕੈਲਿਟੀ ਦੇ ਵਿੱਚ ਵੀ ਜਿਹੜੇ ਹੈਗੇ ਨੇ ਉਹਨਾਂ ਨੂੰ ਰੈਗੂਲਰ ਨਾਲ ਜਿਹੜੇ ਬਜ਼ੁਰਗ ਹੈਗੇ ਨੇ ਇਕੱਲੇ ਰਹਿ ਰਹੇ ਨੇ ਛੋਟੇ ਬੱਚੇ ਉਹਨਾਂ ਨਾਲ ਨਹੀਂ ਹੈਗੇ ਉਹਨਾਂ ਦੇ ਉਹਨੂੰ ਰੈਗੂਲਰ ਫੋਨ ਕਰੋ, ਵੀਡੀਓ ਕਾਲ ਕਰੋ, ਉਹਨਾਂ ਨੂੰ ਸੋਸ਼ਲੀ ਆਈਸੋਲੇਟ ਨਾ ਕਰੀਏ। ਇਹ ਬਜ਼ੁਰਗ ਇਦਾਂ ਦੇ ਹੈਗੇ ਨੇ ਉਹ ਵੀ ਸੋਚਦੇ ਨੇ ਕਿ ਪਤਾ ਨਹੀਂ ਬਾਹਰ ਕੀ ਹੋਇਆ ਹੋਇਆ ਕਿ ਇਹਨੂੰ ਲੋੜਾ ਵੀ ਹੈਗੇ ਘਰ ਤੋਂ ਚੀਜ਼ ਵੀ ਨਹੀਂ ਹੋ ਸਕਦੀ ਹੋਵੇ ਖਾਣ ਨੂੰ ਸਮਾਨ ਘੱਟ ਹੋਵੇ ਮੈਡੀਸਿਨ ਵੀ ਘੱਟ ਗਈ ਉਹਨਾਂ ਨੂੰ ਸੋ ਉਹਦਾ ਪ੍ਰਬੰਧ ਕਰੋ ਕਿ ਉਹਨੂੰ ਪੁੱਛ ਕੇ ਨਾਲ ਜੋ ਮੰਨ ਸਕਦਾ ਹੈਗਾ ਉਹ ਪੂਰੀ ਹੈਲਪ ਕਰੀਏ। ਤੇ ਖਾਸ ਕਰਕੇ ਕਿ ਬੜਾ ਲੋਅਰ ਪਾਰਟ ਜਿਹੜਾ ਬਾਹਰ ਇਟਲੀ ਦੇ ਵਿੱਚ ਇੰਗਲੈਂਡ ਦੇ ਵਿੱਚ ਯੂਨੀਵਰਸਿਟੀ ਹੋਇਆ ਉਹ ਚੀਜ਼ ਜਿਹੜੇ 올ਡ ਏਜ ਹੋਮ ਜਿਹੜੇ ਸੀ ਉਹਨਾਂ ਦੇ ਉਹ ਕਈ ਅਧੂਰ ਰਹਿ ਗਏ, ਸਰਕਾਰ ਧਿਆਨ ਨਹੀਂ ਕਰ ਰਹੀ। ਸੋ ਸਾਡੇ ਸ਼ਹਿਰ ਦੇ 올ਡ ਏਜ ਹੋਮ ਜਿਹੜੇ ਹੈਗੇ ਆ ਜਿੱਥੇ ਬੇਟਾ ਉਹ 올ਡ ਏਜ ਹੋਮ ਦੇ ਨੈਟ ਦੇ ਅਵੇਲੇਬਲ ਨੰਬਰ ਹੈਗੇ ਉਹਨਾਂ ਨੂੰ ਮੇਜਰ ਫੋਨ ਲੈ ਉਹਨਾਂ ਨੂੰ ਪੁੱਛੋ ਕਿ ਬਜ਼ੁਰਗਾਂ ਨੂੰ ਕਿਸੇ ਮੈਡੀਸਿਨ ਦੀ ਖੁਰਾਕ ਦੀ ਐਕਟੀਵਿਟੀ ਦੀ ਲੋੜ ਹੈਗੀ ਹੈ ਤਾਂ ਉਹਨਾਂ ਨਾਲ ਗੱਲਾਂ ਕਰੋ ਬਜ਼ੁਰਗਾਂ ਨਾਲ ਉਹਨਾਂ ਚੰਗਾ ਲੱਗੂਗਾ ਉਹਨਾਂ ਨੂੰ ਕਿ ਸਾਡਾ ਸ਼ਹਿਰ ਸਾਡਾ ਕੋਈ ਤਾਂ ਹੈਗਾ ਜਿਹੜਾ ਉਹਨਾਂ ਨੇ ਇਸ ਔਖੀ ਘੜੀ ਵਿੱਚ ਕੰਮ ਕਰਦਾ ਹੈ ਗੱਲ ਕਰਦਾ ਹੈ ਉਹਨਾਂ ਵਾਸਤੇ ਸੁਣਨਾ ਬਣਾ ਲਈਏ ਉਹਨਾਂ ਨੂੰ ਮੋਰਲ ਹਾਈ ਕਰੀਏ। ਸੋ ਇਹ ਇੱਕ ਛੋਟਾ ਜਿਹਾ ਸਾਡਾ ਪ੍ਰਯਾਸ ਕਿਸੇ ਬਜ਼ੁਰਗ ਨੂੰ ਹੌਸਲਾ ਦੇ ਦੇਗਾ, ਉਹਦੀ ਉਸ ਕਮਜ਼ੋਰੀ ਵਿੱਚ ਲੜਾਈ ਲੜਨ ਦੀ ਸ਼ਕਤੀ ਵਧੂਗੀ, ਉਹ ਖੁਸ਼ ਹੋ ਜਾਏਗਾ। ਇਹ ਵੀ ਛੋਟਾ ਜਿਹਾ ਪ੍ਰਯਾਸ ਹੋਗਾ ਜਿਹੜੀ 올ਡ ਜਨਰੇਸ਼ਨ ਜਿਹੜੀ ਹੈਗੀ ਹੈ ਸਾਡੇ ਬਜ਼ੁਰਗ ਸਾਡੇ ਸਰਕਾਰ ਲੋਕ ਨੇ ਤੇ ਨਿਊ ਜਨਰੇਸ਼ਨ ਨੂੰ ਇਸ ਔਖੀ ਘੜੀ ਦੇ ਵਿੱਚ ਜੋੜਨਾ ਆਪਸ ਦੇ ਵਿੱਚ ਇਹ ਇੱਕ ਬਹੁਤ ਵੱਡੀ ਸੇਵਾ ਹੈ। ਆਪਾਂ ਕਿਉਂਕਿ ਅੱਜ ਦਾ ਨੌਜਵਾਨ ਜਿਹੜਾ ਵਰਗ ਹੈਗਾ ਆ
ਉਹ ਇੰਨਾ ਬਿਜ਼ੀ ਹੈਗਾ ਹੈ ਆਪਣੇ ਕੰਮਾਂ ਕਾਰਾਂ ਦੇ ਵਿੱਚ, ਉਹ ਬਜ਼ੁਰਗ ਅਵਸਥਾ ਦੀ ਸਮੱਸਿਆਵਾਂ ਨੂੰ ਜ਼ਿਆਦਾ ਸੈਂਸਿਟਿਵ ਨਹੀਂ ਹੈਗਾ। ਉਹ ਸਾਡੇ ਕੋਲ ਟਾਈਮ ਹੈਗਾ ਕਿ ਆਪਾਂ ਉਹਨਾਂ ਦੀ ਸਮੱਸਿਆ ਨੂੰ ਸਮਝ ਕੇ ਉਹ 'ਚ ਆਪਾਂ ਕਿੱਦਾਂ ਪਾਰਟ ਕਰਕੇ ਉਹਨੇ ਹੈਲਪ ਕਰ ਸਕਦੇ ਹਾਂ। ਉਹ ਕਿੰਨੇ ਖੁਸ਼ ਹੋਣਗੇ, ਉਹ ਆਸ਼ੀਰਵਾਦ ਦੇਣਗੇ, ਪਿਆਰ ਵਧੂਗਾ। ਸਾਡਾ ਇਕੱਲਾ ਖੂਨ ਦੇ ਰਿਸ਼ਤੇ ਨਹੀਂ ਹੈ, ਸਮਾਜ ਸਾਡਾ ਇੱਕ ਪਰਿਵਾਰ ਹੈ, ਦੇਸ਼ ਸਾਡਾ ਪਰਿਵਾਰ ਹੈ। ਜਦੋਂ ਆਪਾਂ ਦੋਨੋਂ ਜਨਰੇਸ਼ਨ ਆਪਣੀ ਓਲਡ ਏਜ ਜਨਰੇਸ਼ਨ ਜਿਹੜੀ ਹੈਗੀ ਤੇ ਨਿਊ ਜਨਰੇਸ਼ਨ ਮਿਲੂਗੀ ਤਾਂ ਵਾਕਿਆ ਆਪਸ ਵਿੱਚ ਮਾਨਵਤਾ ਇੱਕ ਪਿਆਰ ਚੱਲ ਪਾਏਗੀ, ਜਿਹੜੀ ਬਹੁਤ ਅੱਛੀ ਗੱਲ ਹੈ। ਸੋ ਇਸ ਤਰ੍ਹਾਂ ਦੀ ਫਰੈਂਡਸ਼ਿਪ ਕਰ ਸਕਦੇ, ਘਰੇ ਬੈਠੇ ਬੈਠੇ ਆਪਾਂ ਕਰ ਸਕਦੇ। ਹੁਣ ਆਪਾਂ ਗੱਲ ਕਰਾਂਗੇ ਨੌਜਵਾਨ ਵਰਗ ਜਿਹੜਾ ਹੈਗਾ, ਉਹ ब्लड डोनेशन ਜਿਹੜੀ ਇਸ ਸਮੇਂ ਮੌਕੇ ਤੇ ਸਾਰਾ ਇੱਕ ਬਹੁਤ ਵੱਡੀ ਮਹਾਮਾਰੀ ਫੈਲੀ ਹੋਈ ਆ, ਤੇ ਸਾਰੇ ਡਰੇ ਹੋਏ ਨੇ ਬੜੇ। ਇਸ ਵੇਲੇ ਸਾਡੇ ਬਲੱਡ ਬੈਂਕ ਹੈਗੇ ਨੇ ਸਾਡੇ ਹਸਪਤਾਲ ਦੇ ਵਿੱਚ, ਉਹ ਆਲਮੋਸਟ ਰਿਜ਼ਰਵ ਨੂੰ ਖਤਮ ਹੋ ਗਿਆ। ਰੂਟੀਨ ਜਿਹੜੀ ਸਮੱਸਿਆਵਾਂ ਜਿਹਦੇ ਵਿੱਚ ਕਿਸੇ ਦੇ ਕੋਈ ਲੋੜ ਹੈਗੀ, ਆਪਰੇਸ਼ਨਸ ਹੋ ਰਹੇ ਨੇ, ਕਿਸੇ ਸੱਟਾਂ ਲੱਗੀਆਂ ਨੇ, ਲੋੜ ਹੈਗੀ ਬਲੱਡ ਡੋਨੇਸ਼ਨ ਦੀ, ਲੇਕਿਨ ਸਾਡੇ ਬਲੱਡ ਬੈਂਕ ਆਲਮੋਸਟ ਦੀ ਰਿਕਵੈਸਟ ਕਰਦੀ ਆ ਰਹੀ ਹੈਗੀ ਹੈ, ਰਿਜ਼ਰਵ ਕਰਦੇ ਆ। ਸੋ ਆਪਾਂ ਆਪਣੇ ਨੀਅਰ ਬਾਏ ਜਿਹੜੇ ਬਲੱਡ ਬੈਂਕਸ ਹੈਗੇ ਆ ਉਹਨਾਂ ਨੂੰ ਸੰਪਰਕ ਕਰੀਏ। ਜੇ ਲੋੜ ਹੈਗੀ ਹੈ, ਜੇ ਕਿਸੇ ਰੇਅਰ ਕਿਸੇ ਬਲੱਡ ਗਰੁੱਪ ਜਿਵੇਂ ਨੈਗੇਟਿਵ ਗਰੁੱਪ ਹੁੰਦੇ ਨੇ ਉਹ ਹੋਏਗਾ, ਆਪਾਂ ਲੋੜ ਹੈਗੀ ਤਾਂ ਉਹਨਾਂ ਨੂੰ ਜ਼ਰੂਰ ਬਲੱਡ ਬੈਂਕ ਕਰੀਏ। ਮੈਂ ਦੱਸਿਆ ਜਾਵਾਂਗਾ ਤੇ ਫਿਰ ਸਾਡੇ ਅਸ਼ੋਕ ਮਹਿਰਾ ਜੀ ਇਹਨਾਂ ਸਾਥੀ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਬਹੁਤ ਅੱਛੇ ਢੰਗ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਬਲੱਡ ਡੋਨੇਸ਼ਨ ਕੀਤਾ ਗਿਆ। ਅੱਜ ਦੇ ਸਮੇਂ ਦੇ ਵਿੱਚ ਇਸ ਕੋਲ ਕ੍ਰਾਈਸਿਸ ਦੇ ਵਿੱਚ ਸੋ ਜੇ ਸਾਡੇ ਬਲੱਡ ਬੈਂਕ ਦੇ ਸਕਿੰਡ ਗਰੁੱਪ ਬਲੱਡ ਹੋਏਗਾ ਤੇ ਕੋਈ ਜਿਹੜੀ ਇੱਕਦਮ ਕੋਈ ਨੁਕਸਾਨ ਹੋਗਾ, ਜਾਨੀ ਨੁਕਸਾਨ ਹੋ ਬਚ ਜਾਏਗਾ। ਸੋ ਆਪਾਂ ਇਸ ਸੰਪਰਕ ਕੇ ਤਿਆਰ ਰਹੀਏ, ਜੇ ਕਿਤੇ ਲੋੜ ਹੈ ਤਾਂ ਬਲੱਡ ਡੋਨੇਟ ਵੀ ਕਰ ਸਕਦੇ ਹਾਂ। ਸਭ ਤੋਂ ਵੱਡੀ ਗੱਲ ਹੈ ਅੱਜ ਦੇ ਸਮੇਂ ਇੱਕ ਪੈਨਿਕ ਫੈਲਿਆ ਹੋਇਆ ਹੈ। ਮੈਂਟਲ ਹੈਲਥ ਹਰ ਇਨਸਾਨ ਦੀ ਜਿਹੜੀ ਹੈ ਨਾ ਉਹ ਡਗਮਗਾਉਂਦੀ ਪਈ। ਆਪਣੀ ਮੈਂਟਲ ਹੈਲਥ ਜਿਹੜੀ ਹੈਗੀ ਆਪਣੇ ਪਰਿਵਾਰ ਦੀ, ਆਪਣੇ ਫਰੈਂਡਸ ਦੀ, ਨੇਬਰ ਦੀ, ਉਹ ਜਦੋਂ ਡੇਟਾ ਵੱਧ ਜਾਂਦੀ ਹੈ, ਲੋਕਡਾਊਨ ਵੱਧ ਗਿਆ ਜੀ, ਇਹ ਕਿਵੇਂ ਕਰਾਂਗੇ, ਸਾਡਾ ਗੁਜ਼ਾਰਾ ਕਿਵੇਂ ਹੋਊਗਾ, ਕਿਵੇਂ ਖਾਵਾਂਗੇ, ਇਹ ਬਹੁਤ ਛੋਟੀ ਛੋਟੀ ਗੱਲਾਂ ਨੇ ਜਿਹੜੀਆਂ ਬਹੁਤ ਹਰ ਇੱਕ ਦੇ ਦਿਮਾਗ ਤੇ ਬੈਠੀਆਂ ਹੋਈਆਂ ਤੇ ਡਰ ਫੈਲਿਆ ਹੋਇਆ। ਸੋ ਆਪਾਂ ਉਹਨੂੰ ਵੀ ਪ੍ਰੋਟੈਕਟ ਕਰਨਾ ਹੈ, ਹੌਸਲੇ ਦੇਣੇ ਹੈਗੇ ਕਿ ਗੱਲ ਕੁਛ ਨਹੀਂ ਆਪਾਂ ਕਿ ਥੋੜ੍ਹੀ ਜਿਹੀ ਗੱਲ ਹੈਗੀ, ਸਾਥ ਦਿਓ। तो अपने आप की, अपने परिवार की, अपने फ्रेंड्स की, अपने गुआढ़ियां की, अपने लोकैलिटी की, अपने सारे सर्कल में भी मैंटली स्ट्रोंग करके रखना, वो भी बहुत बड़े अज के समय तुहाडी जिम्मेवारी होएगी। तुसीं ये जिहड़ा हैगा सेवा तुसीं फोन ते नेट ते अच्छी अच्छी इनफॉर्मेशन पाओ, पॉजिटिवली पाओ, नैगेटिविटी की गल ना करो, क्रिटिसाइज ना करिए। आप ये भी बहुत बड़ी सेवा होएगी, तुसीं अच्छी इनफॉर्मेशन शेयर कर सकते हो। सो ਆਪਾਂ ਗੱਲ ਕਰ ਰਹੇ ਸੀ ਨੌਜਵਾਨ ਕਿਵੇਂ ਪਾਰਟਿਸਿਪੇਟ ਕਰ ਸਕਦੇ। ਮੈਂ ਖਾਸ ਕਰਕੇ ਇੱਕ ਐਂਗਲ ਰਹਿ ਗਿਆ ਸੀ, ਉਹ ਹੈਗਾ ਸਾਡੇ ਲੇਡੀਜ਼ ਗਰਲਸ ਦਾ, ਜਿਹਨਾਂ ਨੂੰ ਸਿਲਾਈ ਦਾ ਕੰਮ ਹੁੰਦਾ ਹੈ। ਪਿਛਲੇ ਦੇ ਮੈਂ ਨਿਊਜ਼ ਪੜ੍ਹੀ, ਵਿੱਚ ਦੱਸਿਆ ਗਿਆ ਵੀ ਕੰਟਰੀ ਦੇ ਵਿੱਚ 10 ਮਿਲੀਅਨ ਮਾਸਕ ਬਣਾਏ ਉਹਨਾਂ ਆਪਣੇ ਉਸ ਲੇਡੀਜ਼ ਨੇ, ਉਸ ਕੰਟਰੀ ਦੇ ਮਾਸਕ ਬਣਾ ਕੇ ਡੋਨੇਟ ਕੀਤੇ ਸਰਕਾਰ। 10 मिलियन मास्क। मुझे लगा हाँ यार आप भी कर सकते। सो मैं रिक्वेस्ट कर रहा हूँ प्लीज, जिन्हें को आर्ट हैगा ना, घरे कोई कपड़ा हैगा तो होर बहुत सारे कपड़े होंगे कोई यूज नहीं कर रहे जिहदे मास्क बन सकता है। पहला तो तुसी ये चीज़ मास्क बनाना किवें ऑनलाइन जाके देख सकते हो। इवन WHO की साइट से पे हुए मास्क किवें है, सिंगल लेयर किवें है, डबल लेयर किवें है, ट्रिपल लेयर किवें बनाना हैगा, वो इवन टिप्स दिते हुए। मैं रिक्वेस्ट करांगा साडी बच्चियां नूं, भैणां नूं, मावां नूं। एक पिछले मैं देखा कि 98-year-old माता उन्हें माओ मास्क बनाई जाती है, ये आप नौजवान क्यों नहीं बना सकते? मैनू भी हैगा, जो मैनू भी सिलाई मशीन मिले तो मैं भी ट्राई कर सकता। पता नहीं बनूगा कि नहीं, लेकिन मैं रिक्वेस्ट करांगा प्लीज़ ਤੁਸੀਂ ਮਾਸਕ ਜਿਹੜੇ ਹੈਗੇ ਨੇ ਮਾਸਕ ਬਣਾਓ। ਤੇ ਤੁਹਾਡੇ ਜਿਹੜੇ ਦੇਖੋ ਆਪਣੇ ਸਾਡੇ ਵਾਸਤੇ ਕੰਮ ਕਰ ਰਿਹਾ, ਜਿਹੜਾ ਬੰਦਾ
ਪਬਲਿਕ ਸੇਵਾ ਕਰ ਰਿਹਾ ਇਸ ਵੇਲੇ, ਜਿਹੜੇ ਖਾਸ ਕਰਕੇ ਜਿਹੜੇ ਸਾਡੇ ਹਾਊਸਕੀਪਿੰਗ ਲੱਗੇ ਹੋਏ ਨੇ, ਸੇਵਾ ਨਿਭਾ ਰਹੇ ਨੇ, ਸਾਡੇ ਜਿਵੇਂ ਮਜ਼ਦੂਰ ਬਾਹਰ ਕੰਮ ਕਰ ਰਹੇ ਆ, ਸਾਡੇ ਹੋਰ ਜਿਹੜਾ ਅਫੋਰਡ ਨਹੀਂ ਕਰਦਾ, ਉਹਨੂੰ ਜਦੋਂ ਮਾਸਕ ਦੇਵੋਗੇ ਉਹ ਕਿੰਨਾ ਖੁਸ਼ ਹੋਏਗਾ। ਅੱਜ ਦੇ ਸਮੇਂ ਵਿੱਚ ਇੱਕ ਵਧੀਆ ਮਾਸਕ ਮਿਲ ਜਾਣਾ, ਸੇਫ ਮਾਸਕ ਮਿਲ ਜਾਣਾ, ਉਹ ਉਨਾ ਹੀ ਖੁਸ਼ ਹੋਏਗਾ ਜਿੰਨਾ ਸ਼ਾਇਦ ਉਹਨੂੰ ਕਹਿਣਾ ਮਿਲ ਗਿਆ। ਸੋ ਮੈਂ ਰਿਕਵੈਸਟ ਕਰਾਂਗਾ ਸਾਡੀ ਭੈਣਾਂ ਨੂੰ, ਬੱਚਿਆਂ ਨੂੰ, ਮਾਵਾਂ ਨੂੰ, ਬਜ਼ੁਰਗਾਂ ਨੂੰ, ਜਿਹਨਾਂ ਕੋਲ ਆਰਟ ਹੈਗਾ ਆ, ਜਿਹੜਾ ਬੰਦਾ ਸਿਲਾਈ ਕਰ, ਜਿਹੜਾ ਬੰਦਾ ਕਹਿੰਦਾ ਮੈਨੂੰ ਕੱਪੜਾ ਪਿਆ, ਉਹ ਕੱਪੜਾ ਦੇ ਦੋ ਉਹਨਾਂ ਨੂੰ। ਉਹ ਕਹਿੰਦਾ ਵੰਡ ਦੇਵਾਂਗਾ ਆਪਣੇ ਡਿਸਟ੍ਰਿਕਟ ਐਡਮਿਸ਼ਨ ਜਿੱਥੇ ਤੇ ਲੋੜ ਹੈਗੀ ਹੈ, ਉਹ ਪਲੀਜ਼ ਤੁਸੀਂ ਮਾਸਕ ਬਣਾ ਕੇ ਆਪਾਂ ਇਹ ਵੀ ਸੇਵਾ ਕਰ ਸਕਦੇ, ਘਰੇ ਬੈਠੇ ਕਰ ਸਕਦੇ। ਸੋ ਆਪਾਂ ਇਸ ਗਹਿਰਾਈ ਨੂੰ ਸਮਝੀਏ ਕਿੰਨੀ ਲੋੜ ਹੈਗੀ ਹੈ ਸਮਾਜ ਦੇ ਵਿੱਚ ਤੇ ਕਿਵੇਂ ਆਪਾਂ ਹੈਲਪ ਕਰ ਸਕਦੇ ਹਾਂ। ਇਹ ਮਾਸਕ ਦੀ ਗੱਲ ਕੀਤੀ ਸੀ, ਨਾਲ ਆਪਾਂ ਘਰੇ ਬੈਠੇ ਜੇ ਸਾਡੇ ਕੋਲ ਜੋ ਵੀ ਤੁਹਾਡੇ ਕੋਲ ਆਰਟ ਹੈਗਾ ਆ, ਕਿਸੇ ਨੂੰ ਕੁੜੀਆਂ ਨੂੰ ਸ਼ੌਂਕ ਹੈ ਡੈਕੋਰੇਸ਼ਨ ਪੀਸ ਬਣਾ ਲਿਆ, ਕੋਈ ਕ੍ਰੀਏਟੀਵਿਟੀ ਕਰ ਲਈ, ਉਹ ਬਣਾਓ। ਉਹ ਬਣਾ ਕੇ ਤੁਸੀਂ ਆਨਲਾਈਨ ਜੇ ਉਹ ਦੇਖ ਸਕਦਾ ਵੇਚੋ, ਜੋ ਪੈਸੇ ਇਕੱਠੇ ਹੋਣਗੇ ਉਹ ਵੀ ਤੁਸੀਂ ਸੇਵਾ ਲਗਾ ਸਕਦੇ। ਇਹ ਵੀ ਇੱਕ ਮੋਟੀਵੇਸ਼ਨ ਹੈ ਵੀ ਮੈਂ ਇੱਕ ਸੇਵਾ ਕਰ ਸਕਦੀ ਹਾਂ, ਤੁਹਾਡੇ ਕੋਲ ਟੈਲੈਂਟ ਹੈ। ਈਵਨ ਤੁਸੀਂ ਤੁਹਾਡੇ ਕੋਲ ਅੱਛੀ ਕ੍ਰੀਏਟੀਵਿਟੀ ਹੈ, ਕੁਕਿੰਗ ਕਲਾਸਿਸ, ਸਟਿਚਿੰਗ, ਇਦਾਂ ਦੀ ਵੀ ਤੁਸੀਂ ਬਲੌਗ ਰਾਈਟਿੰਗ ਹੋ ਗਿਆ, ਐਨੀਮੇਸ਼ਨਸ ਹੋ ਗਈਆਂ, ਇਹ ਤੁਸੀਂ ਕਰ ਕਰਕੇ ਆਪਣੇ ਲੋਕੈਲਿਟੀ ਦੇ ਵਿੱਚ ਜਿਨ੍ਹਾਂ ਨੂੰ ਇਸ ਨੌਲੇਜ ਸ਼ੇਅਰ ਕਰ ਸਕਦੇ, ਸ਼ੇਅਰ ਕਰੋ ਉਹਨਾਂ ਨੂੰ, ਤਾਂ ਕਿ ਉਹਨਾਂ 'ਚ ਵੀ ਭਾਵਨਾ ਪੈਦਾ ਹੋਵੇ। ਮੈਂ ਤਾਂ ਇਹ ਵੀ ਕਹਿਣਾ ਚਾਹਾਂਗਾ ਵੀ ਜਿਹੜੇ ਸਕੂਲਸ ਦੇ ਵਿੱਚ ਜਾਂ ਕਾਲਜ ਦੇ ਬੱਚਿਆਂ ਨੇ, ਸੀਨੀਅਰ ਬੱਚੇ ਨੇ ਜਿਹੜੇ ਪੜ੍ਹਾਈ ਕਰ ਚੁੱਕੇ ਹੋਏ ਨੇ, ਜਿਹਨਾਂ ਨੂੰ ਕੌਨਫੀਡੈਂਸ ਹੈਗਾ ਜ਼ਿਆਦਾ, ਉਹ ਆਪਣੀ ਲੋਕੈਲਿਟੀ ਦੇ ਵਿੱਚ, ਆਪਣੇ ਰੈਜ਼ੀਡੈਂਸ਼ੀਅਲ ਏਰੀਆ ਵਿੱਚ, ਆਪਣੇ ਨਗਰ ਦੇ ਵਿੱਚ ਜਿਹਨਾਂ ਨੂੰ ਜਾਣਦੇ ਨੇ ਕਿ ਇਹ ਬੱਚਾ ਫਲਾਣੇ ਸਕੂਲ ਪੜ੍ਹਦਾ ਤੇ ਇਹਦੇ ਵਿੱਚ ਇਹਨਾਂ ਥੋੜੀ ਕਮਜ਼ੋਰ ਹੈ, ਤੁਸੀਂ ਆਨਲਾਈਨ ਉਹਨੂੰ ਕੋਚਿੰਗ ਵੀ ਦੇ ਸਕਦੇ ਆ, ਟਿਊਸ਼ਨ ਪੜ੍ਹਾ ਸਕਦੇ ਹੋ ਘਰੇ ਬੈਠੇ, ਤੁਸੀਂ ਵੀ ਘਰੇ ਬੈਠੇ, ਉਹ ਵੀ ਘਰੇ ਬੈਠੇ। ਆਪਾਂ ਪੋਸਿਬਿਲਿਟੀਜ਼ ਐਕਸਪਲੋਰ ਕਰੀਏ ਕਿ ਕਿਸ ਤਰ੍ਹਾਂ ਆਪਾਂ ਮੈਂਟਰਸ਼ਿਪ ਕਰ ਸਕਦੇ ਹਾਂ। ਜੇ ਕਿਸੇ ਜਿਹੜਾ ਕੋਈ ਬੱਚਾ ਆਰਥਿਕ ਪੱਖੋਂ ਕਮਜ਼ੋਰ ਹੈ, ਟਿਊਸ਼ਨ ਨਹੀਂ ਪੜ੍ਹ ਸਕਦੇ, ਥੋੜਾ ਵੀਕ ਹੈਗਾ ਆ, ਜੇ ਅੱਜ ਸਾਡਾ ਕੋਈ ਸਮਾਂ ਹੈਗਾ ਵੀ ਸਪੈਸੀਫਿਕ ਟਾਈਮ ਕਰ ਲਓ ਕਿ ਸਾਡਾ ਅੱਜ ਕੱਲ੍ਹ ਦਾ ਸ਼ੇਅਰਿੰਗ ਹੋ ਜਾਂਦੀ, ਸਾਰਾ ਕੁਝ ਸਾਨੂੰ ਪਤਾ ਹੈਗਾ, ਜ਼ਿਆਦਾ ਇੱਕ ਬੰਦਾ ਜ਼ਿਆਦਾ ਬੱਚਿਆਂ ਨੂੰ ਸ਼ੇਅਰ ਕਰ ਸਕਦਾ, ਤੁਸੀਂ ਉਹ ਟਾਈਮ ਫਿਕਸ ਕਰ ਲਓ ਕਿ ਇਸ ਟਾਈਮ ਦੇ ਵਿੱਚ ਮੈਂ ਤੁਹਾਨੂੰ ਇਸ ਸਬਜੈਕਟ ਦੀ ਟਿਊਸ਼ਨ ਦੇਵਾਂਗਾ ਤੇ ਦੇਵਾਂਗੇ। ਕਿੰਨੀ ਅੱਛੀ ਗੱਲ ਹੈ, ਤੁਹਾਡਾ ਟਾਈਮ ਪਾਸ ਹੋ ਗਿਆ ਤੇ ਉਹਦਾ ਫਾਇਦਾ ਵੀ ਹੋ ਗਿਆ ਕਿ ਕਰੋਨਾ ਕ੍ਰਾਈਸਿਸ ਦੇ ਵਿੱਚ ਆਪਾਂ ਲਾਕਡਾਊਨ ਵਿੱਚ ਆਪਾਂ ਪ੍ਰੋਪਰ ਪਾਰਟਿਸਿਪੇਟ ਕਰ ਸਕਦੇ। ਇੱਕ ਪੋਸਿਬਿਲਿਟੀ ਹੈ, ਆਪਾਂ ਐਕਸਪਲੋਰ ਨਹੀਂ ਕੀਤੀ ਹੁਣ ਤੱਕ, ਜਿਹੜੀ ਤੁਸੀਂ ਕਰ ਸਕਦੇ ਹੋ ਘਰ ਬੈਠੇ। ਮੇਰਾ ਵੀ ਵੀਡੀਓ ਬਣਨ ਦਾ ਪਰਪਸ ਇਹ ਹੈ ਕਿ ਸਾਡੇ ਨੌਜਵਾਨ ਜਿਹੜੇ ਹੈਗੇ ਘਰੇ ਮਨ ਵੀ ਲੱਗੇ ਰਹੂਗਾ ਤੇ ਹੋਰਾਂ ਨੂੰ ਬਿਜ਼ੀ ਰੱਖਣਗੇ ਤੇ ਸੋਸਾਇਟੀ ਪ੍ਰਤੀ ਇੱਕ ਪੋਜ਼ਿਟਿਵ ਵਰਕ ਵੀ ਕਰ ਸਕਦੇ ਹਾਂ, ਜਿਹੜਾ ਕਿ ਬਹੁਤ ਵੱਡਾ ਰੋਲ ਪਲੇ ਕਰੇਗਾ, ਤੁਹਾਡਾ ਆਪਸ ਵਿੱਚ ਪਿਆਰ ਵਧਾਏਗਾ ਸਾਰੇ ਸਮਾਜ ਦਾ। ਇਸ ਸਮੇਂ ਤਾਂ ਆਪਾਂ ਨੂੰ ਸਾਰੇ ਆਪਣੇ ਭਰਮ ਭੁਲੇਖੇ, ਊਚ ਨੀਚ, ਗਰੀਬੀ ਅਮੀਰੀ ਛੱਡ ਕੇ ਇੱਕੋ ਸਾਡਾ ਮਕਸਦ ਹੋਣਾ ਚਾਹੀਦਾ ਕਿ ਆਪਾਂ ਸਮਾਜ ਵਾਸਤੇ, ਮਨੁੱਖਤਾ ਵਾਸਤੇ ਆਪਾਂ ਕੰਮ ਕਰ ਰਹੇ ਹਾਂ। ਆਪਾਂ ਸਾਰੇ ਇੱਕ ਹੈ, ਆਪਾਂ ਕੁੱਲ ਮਾਲਕ ਦੇ ਇਨਸਾਨ ਦੇ ਆਪਾਂ ਬੱਚੇ ਹੈਗੇ ਆ ਤੇ ਆਪਾਂ ਸਭ ਨੇ ਇੱਕ ਰਲ ਕੇ ਆਪਾਂ ਔਖੀ ਘੜੀ ਦੇ ਵਿੱਚ ਇਸ ਨੂੰ ਪਾਰ ਕਰਨਾ ਹੈ। ਹੁਣ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ। ਤੁਸੀਂ ਨੌਜਵਾਨ ਹੋ, ਤੁਸੀਂ ਬਹੁਤ ਅੱਛੇ ਆਪਣੇ ਆਫਿਸ ਦੇ ਵਿੱਚ, ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰ ਰਹੇ, ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਬਹੁਤ ਇਫੈਕਟਿਵ ਹੈ। ਤੁਹਾਨੂੰ ਇੱਕ ਮੈਨੇਜਮੈਂਟ ਸਿਖਾਈ ਜਾਂਦੀ ਹੈ, ਜੋ ਖਾਸ ਬੈਂਕ ਸਰਵਿਸਿਜ਼ ਹੋ ਗਈਆਂ, ਸਾਡੇ ਹੋਰ ਆਰਗੇਨਾਈਜੇਸ਼ਨਸ ਹੋ ਗਈਆਂ, ਆਨਲਾਈਨ ਵਰਕ ਹੋ ਰਿਹਾ ਹੈ, ਉਹ ਸਾਡੇ ਨਾਲ ਨੌਜਵਾਨ ਜੁੜੇ ਹੋਏ ਨੇ, ਤੁਹਾਡੇ ਸਾਥੀ ਨੇ, ਤੁਹਾਡੇ ਸੀਨੀਅਰਸ ਹੈਗੇ, ਤੁਹਾਡਾ ਇੱਕ ਗਰੁੱਪ ਬਣਿਆ ਹੋਇਆ ਬਹੁਤ। ਮੈਂ ਸਭ ਤੋਂ ਪਹਿਲਾਂ ਇਹ ਮਤਲਬ ਦੱਸਣਾ ਚਾਹਾਂਗਾ, ਆਪਣੇ ਤੁਹਾਡੇ ਜਿਹੜੇ ਆਪਣੇ ਗਰੁੱਪ ਦੇ ਵਿੱਚ, ਆਪਣੇ ਸੀਨੀਅਰਸ ਦੇ ਵਿੱਚ, ਅੰਪਲਾਇਰਸ ਦੇ ਵਿੱਚ ਆਪਾਂ ਇੱਕ ਇੰਨਾ ਅੱਛਾ ਰੋਲ ਪਲੇ ਕਰੀਏ। ਪਹਿਲਾਂ ਤਾਂ ਆਪਾਂ ਸਭ ਤੋਂ ਪਹਿਲਾਂ ਆਪਣੇ ਆਫਿਸ ਨੂੰ, ਆਪਣੇ ਲੋਕਾਂ ਨੂੰ ਪਹਿਲਾਂ ਸਭ ਨੂੰ ਇਨਕਰੇਜ ਕਰੀਏ ਕਿ ਆਪਾਂ ਖੁਦ ਪ੍ਰੀਕਾਸ਼ਨਸ ਰੱਖੀਏ। ਉੱਥੇ ਕੰਮ ਕਰਨ ਦਾ ਸਪੇਸ ਹੈਗਾ ਬਿਲਕੁਲ ਕਲੀਨ, ਹਾਈਜੀਨਿਕ, ਤੇ ਆਪਣੇ ਉੱਥੇ ਰੈਗੂਲਰ ਹੈਂਡ ਵਾਸ਼ਿੰਗ ਦਾ ਆਪਾਂ ਉੱਥੇ ਸਿਸਟਮ ਹੋਣਾ ਚਾਹੀਦਾ ਹੈ। ਉੱਥੇ ਇਹ ਜਿਹੇ ਬਣਾਈਏ ਆਪਾਂ, ਤੇ ਖਾਸ ਕਰਕੇ ਜਿਹੜਾ ਰਿਮੋਟ ਆਪਣਾ ਟੈਲੀ ਵਰਕਿੰਗ ਹੈਗੀ ਹੈ, ਜਿਹੜਾ ਆਪਣੀ ਕਮਿਊਨੀਕੇਸ਼ਨਸ ਹੈਗੇ ਆ, ਉਹ ਇੰਨੀ ਜ਼ਿਆਦਾ ਸਟਰੋਂਗ ਕਰਦੀ ਹੈ ਆਪਾਂ ਪ੍ਰੋਸੈਸ ਦੇ ਵਿੱਚ
ਕਿ ਆਪਾਂ ਘਰੇ ਬੈਠੇ ਵੀ ਕੰਮ ਕਰ ਸਕੀਏ, ਜੇ ਸਾਨੂੰ ਆਫਿਸ ਜਾਣਾ ਪੈਂਦਾ ਪਿਆ ਤਾਂ ਉਹ ਵੀ ਆਪਾਂ ਪ੍ਰੋਪਰ ਉੱਥੇ ਇੰਨਾ ਵਧੀਆ ਵਾਤਾਵਰਨ ਵੀ ਸਾਨੂੰ ਇਹ ਬਿਮਾਰੀ ਫੈਲ ਨਾ ਸਕੇ। ਪਹਿਲੀ ਗੱਲ ਤਾਂ ਇਹ ਰੱਖਣੀ। ਦੂਜੇ ਨੰਬਰ ਤੇ ਆਪਾਂ ਆਪਣੇ ਜਿਹੜਾ ਉੱਥੇ ਆਪਣੇ ਨਾਲ ਸਾਥੀ ਹੈਗੇ ਨੇ ਉਹਨਾਂ ਨੂੰ ਵੀ ਇਨਕਰੇਜ ਕਰਨਾ ਕਿ ਆਪਾਂ ਇਹ ਸੇਵਾ ਕਰਨਾ ਚਾਹੁੰਦੇ ਹਾਂ, ਜਿਹਦੇ ਵਿੱਚ ਆਨਲਾਈਨ ਸਰਵਿਸ ਦੀ ਗੱਲ ਕੀਤੀ ਹੈਗੀ ਆਪਾਂ, ਜਿਹਦੇ ਵਿੱਚ ਆਪਾਂ ਗੱਲ ਕੀਤੀ ਹੈਗੀ ਆ ਵੀ ਜਿਹੜਾ ਆਪਾਂ ਇਸ ਮਹਾਮਾਰੀ ਦੇ ਵਿੱਚ ਇੱਕ ਨੌਜਵਾਨ ਕਿੱਦਾਂ ਹੈਲਪ ਕਰ ਸਕਦਾ ਹੈਗਾ, ਜਾਂ ਕੋਈ ਫੰਡ ਰੇਜ਼ਿੰਗ ਗੱਲ ਕਰ ਲਈਏ ਕਿ ਆਪਾਂ ਆਪਣੇ ਆਫਿਸ ਵੱਲੋਂ ਆਪਣੇ ਅਦਾਰੇ ਵੱਲੋਂ ਪਹਿਲਾਂ ਆਪ ਆਪਾਂ ਸਲਾਹ ਕਰ ਲਈਏ ਵੀ ਆਪਾਂ ਆਪਣੇ ਸੀਨੀਅਰਸ ਤੇ EMPLOYER ਨਾਲ ਗੱਲ ਕਰੀਏ ਵੀ ਆਪਾਂ ਇਹ ਪਾਰਟਿਸਪੇਟ ਕਰੀਏ, ਕਿਉਂਕਿ ਦੇਸ਼ ਦੇ ਉੱਤੇ ਆਫਤ ਆਈ ਹੋਈ ਹੈ, ਇਹਦੇ ਵਿੱਚ ਆਪਾਂ ਪਾਰਟਿਸਪੇਟ ਕਰਾਂਗੇ ਤੇ ਦੇਸ਼ ਸਾਡੇ ਵਾਸਤੇ ਕੰਮ ਕਰ ਰਿਹਾ ਹੈ, ਸਰਕਾਰ ਸਾਡੇ ਵਾਸਤੇ ਕੰਮ ਕਰ ਰਹੀ ਹੈ, ਸਾਡੀ ਛੋਟੀ ਸੰਸਥਾ ਹੈਗੀ ਹੈ, ਆਪਾਂ ਪਾਰਟਿਸਪੇਟ ਕਰਾਂਗੇ ਤੇ ਉਹ ਬਹੁਤ ਵੱਡੀ ਇਹ ਆਪਣੇ ਯੋਗਦਾਨ ਹੋਏਗਾ। ਜਿਵੇਂ ਆਮ ਕਰਕੇ ਜਿਵੇਂ ਪ੍ਰਧਾਨਮੰਤਰੀ ਰਿਲੀਫ ਫੰਡ ਹੋ ਗਿਆ, ਆਪਣੇ ਪੰਜਾਬ ਦਾ CMW ਫੰਡ ਹੋ ਗਿਆ, ਕੁਝ ਆਪਾਂ ਪਾਰਟਿਸਪੇਟ ਕਰੀਏ ਆਪਾਂ ਨੌਜਵਾਨ ਦੇ। ਸੋ ਤੁਸੀਂ ਆਪਣੀ ਕੰਪਨੀ ਦੇ ਵਿੱਚ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਇਹ ਸੁਨੇਹਾ ਦੇਣ ਵਾਸਤੇ ਇੱਕ ਇਨਫਲੂਐਂਸਰ ਦਾ ਕੰਮ ਕਰ ਸਕਦੇ ਹੋ ਕਿ ਤੁਹਾਡੀ ਗੱਲ ਮੰਨ ਹੋ ਰਹੀ ਹੈ, ਤੁਸੀਂ ਇਨਫਲੂਐਂਸ ਕਰ ਰਹੇ ਹੋ ਸਾਰੇ ਆਰਗੇਨਾਈਜੇਸ਼ਨ ਦੇ ਵਿੱਚ। ਸੋ ਇਸ ਸਮੇਂ ਵਿੱਚ ਖਾਸ ਕਰਕੇ ਕਿ ਤੁਸੀਂ ਇੱਕ ਇਨੀਸ਼ੀਏਟਿਵ ਲਵਾਂਗੇ ਤੇ ਕਈ ਨਾਲ ਦੇ ਵੀ ਨਾਲ ਜਾਂਦੇ ਹੁੰਦੇ ਨੇ ਕਿ ਆਪਾਂ ਇੱਕ ਮੂਵਮੈਂਟ ਬਣ ਜਾਂਦੀ ਹੈਗੀ ਹੈ ਤਾਂ ਬਹੁਤ ਸਾਰਾ ਵੱਡਾ ਕੰਮ ਜਿਹੜਾ ਹੈਗਾ ਉਹ ਸੌਖਾ ਹੋ ਜਾਂਦਾ ਹੈ। ਆਪਾਂ ਵੇਖਦੇ ਵੀ ਬਾਹਰ ਸਾਡੇ ਪੰਜਾਬ ਪੁਲਿਸ ਕਿੰਨੀ ਜਹਿਦ ਕਰਕੇ ਆਪਣੀ ਇਸ ਲੋਕਡਾਊਨ ਨੂੰ ਸਮਝਾਉਂਦੇ ਨੇ, ਸੋਸ਼ਲ ਡਿਸਟੈਂਸਿੰਗ ਕਰ ਰਹੇ, ਹਰ ਤਰੀਕਾ ਅਡਾਪਟ ਕਰ ਰਹੇ, ਕਿਉਂਕਿ ਆਪਾਂ ਪੰਜਾਬ ਪੁਲਿਸ ਦੀ ਜਾਂ ਲਾਅ ਐਂਡ ਆਰਡਰ ਦੀ ਜਿਹੜੀ ਉਹ ਕਰ ਰਹੀ ਹੈ ਉਹ 'ਚ ਪਾਰਟਿਸਪੇਟ ਕਰ ਸਕਦੇ। ਇਹਦੇ ਕੁਝ ਪਹਿਲੂ ਹੈਗੇ ਨੇ, ਮੈਂ ਦੱਸਣਾ ਚਾਹਾਂਗਾ। ਸਾਡੇ ਲੁਧਿਆਣੇ ਵਿੱਚ ਸਾਡੇ ACP ਨੇ ਗੁਰਦੇਵ ਸਿੰਘ ਜੀ, ਬਹੁਤ ਹੀ ਕਾਬਲ ਪੁਲਿਸ ਅਫਸਰ ਨੇ। ਪਿੱਛੇ ਜੇ ਮੈਂ ਉਹਨਾਂ ਨਾਲ ਸਾਂਝੀ ਇੱਕ TV ਟਾਕ ਵੀ ਦਿੱਤਾ ਹੈਗਾ ਕਿ ਕਰੋਨਾ ਕਿਵੇਂ ਹਾਰੇਗਾ। ਉਹ ਸਾਡੇ ਸਰ ਗੁਰਦੇਵ ਸਿੰਘ ਜੀ ਜਿਹੜੇ ਹੈਗੇ ਨੇ, ਉਹਨਾਂ ਨੇ ਇੱਕ ਕਨਸੈਪਟ ਨਾਲ ਸੇਵਾ ਸ਼ੁਰੂ ਕੀਤੀ, ਟ੍ਰੈਫਿਕ ਮਾਰਸ਼ਲ, ਜਿਹਦੇ ਵਿੱਚ ਆਪਾਂ ਨੂੰ ਮੈਨੂੰ ਵੀ ਉਹਨਾਂ ਨੇ ਆਫਰ ਕੀਤੀ ਸੀਗੀ ਕਿ ਤੁਸੀਂ ਵੀ ਕਰ ਸਕਦੇ ਹੋ, ਅੱਧਾ ਘੰਟਾ ਮੇਰੇ ਨਾਲ ਤੁਸੀਂ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਇੱਕ ਮੈਸੇਜ ਦੇਣ ਵਾਸਤੇ ਟ੍ਰੈਫਿਕ ਮਾਰਸ਼ਲ ਤੌਰ ਤੇ ਕਿਉਂਕਿ ਨਾ ਤੁਸੀਂ ਕਿਸੇ ਚੌਂਕ ਤੇ ਸੇਵਾ ਦੇਣਾ। ਮੈਨੂੰ ਚੰਗਾ ਲੱਗਿਆ, ਪਹਿਲਾਂ ਮੈਨੂੰ ਔੜੇ ਲੱਗਿਆ, ਲੇਕਿਨ ਮੈਸੇਜ ਹਾਂ ਵਾਕਈ ਯਾਰ ਆਪਾਂ ਟ੍ਰੈਫਿਕ ਨੂੰ ਮੰਨਦੇ ਨਹੀਂ ਹੈਗੇ, ਵਾਇਰਲ ਕਰਦੇ ਹੈਗੇ। ਸੋ ਉਹਨਾਂ ਨੇ ਇਨੀਸ਼ੀਏਟਿਵ ਜਿਹੜਾ ਸੀਗਾ ਇਸ ਕਰੋਨਾ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਨੌਜਵਾਨ ਨਾਲ ਜੋੜ ਕੇ ਮੀਟਿੰਗਾਂ ਕਰਕੇ ਤੇ ਉਹਨਾਂ ਨੇ ਮਾਰਸ਼ਲ ਜਿਹੜੇ ਹੈਗੇ ਸੀ ਉਹ ਨਾਮ ਦਿੱਤਾ ਹੈਗਾ ਤੇ ਨੌਜਵਾਨ ਜਿਹੜੇ ਹੈਗੇ ਨੇ ਉਹ ਆਪਣੇ ਆਪਣੇ ਏਰੀਆ ਵਿੱਚ ਆਪਣੀ ਆਪਣੀ ਲੋਕੈਲਿਟੀ ਦੇ ਵਿੱਚ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਦੀ ਰਹਿਨੁਮਾਈ ਥੱਲੇ ਉਹ ਸਾਰੇ ਸੇਫ ਗਾਰਡ ਆ ਰਹੇ, ਧਿਆਨ ਰੱਖ ਰਹੇ ਕਿ ਉਹਨਾਂ ਦੀ ਲੋਕੈਲਿਟੀ ਕਿਹੜਾ ਵੀ ਕਾਰਪੋਰੇਟ ਪਾਸ ਹੋਲਡਰ ਜਿਹੜਾ ਹੈਗਾ, ਚਾਹੇ ਰੇਹੜੀ ਵਾਲਾ ਹੈ, ਕੋਈ ਫੂਡ ਵਾਲਾ ਆ ਰਿਹਾ ਕਿ ਪ੍ਰੋਪਰ ਦੇਖ ਕੇ ਆ ਰਿਹਾ, ਕੌਣ ਜਾ ਰਿਹਾ, ਕੋਈ ਰਿਪੋਰਟ ਰੱਖ ਰਹੇ। मैं साझा करने मेरे कुछ एम्प्लॉय आते रेडियो पुलिस ने तो उन्होंने खुद वो मतलब कि मार्शल के तौर पर सेवा निभा रहा है, वो रात में सेवा करता है, दिन साडी हॉस्पिटल सेवा करता है। सो मैं दसना भाव है कि आप वैसे घरे बैठे जे आप पुलिस से अपने पता करिए पर नियर बाय जो पुलिस स्टेशन केड़ा हैगा वो नंबर हमारे नेट पे अवेलेबल है, उन्हें पूछो कि सर या मैडम ਤੁਹਾਨੂੰ ਲੋੜ ਹੈਗੀ ਆਪਾਂ ਤੁਹਾਡਾ ਪ੍ਰੈਕਟਿਸ ਕਰ ਸਕਦੇ, ਧਿਆਨ ਆਪਣਾ ਪੂਰਾ ਰੱਖੋ, ਪ੍ਰੀਕਾਸ਼ਨ ਰੱਖੋ, ਤੁਸੀਂ ਬਰਾਬਰ ਜੜ ਕੇ ਨਾਲ ਉਹਦੇ ਪੁਲਿਸ ਨੂੰ ਹੈਲਪ ਕਰਾ ਸਕਦੇ। ਟ੍ਰੈਫਿਕ ਕੰਟਰੋਲ ਹੈ, ਗਾਈਡੈਂਸ ਦੀ ਗੱਲ ਨਹੀਂ ਹੈ, ਕੇਵਲ ਆਨਲਾਈਨ ਜਾਂ ਆਪਾਂ ਕੰਟੀਨਿਊਸ ਕੋਈ ਇਦਾਂ ਦੇ ਆਫਿਸਿਸ ਹੈਗੇ ਜਿੱਥੇ ਆਪਾਂ ਹੈਲਪ ਲਾਈਨ ਹੈਗੀਆਂ ਨੇ, ਉਹ ਵੀ ਜਿਹੜੇ ਹੁਣ ਸੇਵਾ ਨਿਭਾਉਂਦੇ ਆ ਰਹੇ ਸੀ, ਚਾਹੇ ਸਾਡੇ ਗਵਰਨਮੈਂਟ ਦੇ ਆਫੀਸ਼ੀਅਲਸ ਹੈਗੇ ਨੇ ਜਾਂ ਮੁਲਾਜ਼ਮ ਨੇ, ਉਹਨਾਂ ਨੂੰ ਵੀ ਆਪਾਂ ਬ੍ਰੇਕ ਦੇਣੀ ਹੁੰਦੀ ਆ, ਕੇਵਲ ਕਿ ਵੋਟ ਪੈ ਜਾਂਦੀ, ਕੁਆਰੰਟਾਈਨ ਕਰਨਾ ਹੁੰਦਾ। ਐਕਚੁਅਲੀ ਜੇ ਨਾਲ ਆਪਾਂ ਇੱਦਾਂ ਸੋਚਾਂਗੇ ਤੇ ਉਹਦੇ ਨਾਲ ਕੀ ਹੈਗਾ, ਸਾਡਾ ਜਿਹੜਾ ਹੈਗਾ ਉਹਨਾਂ ਨੂੰ ਸਪੋਰਟ ਮਿਲੇਗੀ ਜੇ ਆਪਾਂ ਪਾਰਟਿਸਪੇਟ ਕਰਦੇ ਹਾਂ। ਖਾਸ ਕਰਕੇ ਮੈਂ ਕਹਾਂਗਾ ਸਾਡੇ ਜਿਹੜੇ ਸ਼ਹਿਰ ਦੇ, ਜਿਵੇਂ ਪਹਿਲਾਂ ਗੱਲ ਕੀਤੀ ਕਿ 60,000 ਫਾਰਮ ਭਰੇ ਸੀ ਸਾਡੇ ਹਾਈ ਡਿਵੀਜ਼ਨ ਦੇ NCC ਜਿਹੜੇ ਆਪਣੀ ਬਟਾਲੀਅਨ ਹੈਗੀ ਜਲੰਧਰ ਤੋਂ, ਮੈਂ ਰਿਕੁਐਸਟ ਕਰਾਂਗਾ ਸਾਡੇ ਸ਼ਹਿਰ ਲੁਧਿਆਣੇ ਦੇ ਵੀ ਤੇ ਪੰਜਾਬ ਸਭ ਦੇ ਜਿੱਥੇ ਤੇ NCC ਗਰੁੱਪ ਹੈ ਕਿ ਤੁਸੀਂ NCC ਕੈਂਡੀਡੇਟ ਹੋ,
ਤੁਸੀਂ ਐਮਐਸਸੀ ਕੈਂਡੀਡੇਟ ਹੋ ਜਾਂ ਤੁਸੀਂ ਕੈਂਡੀਡੇਟ ਰਹਿ ਚੁੱਕੇ ਹੋ, ਤੁਹਾਡੇ 'ਚ ਇੱਕ ਭਾਵਨਾ ਹੈ, ਤੁਹਾਡੇ ਤੁਸੀਂ ਕਰ ਸਕਦੇ ਹੋ। ਤੁਸੀਂ ਸਾਡਾ ਜਿਹੜਾ ਪੁਨਰ ਜੋਤ ਮਿਸ਼ਨ ਜਿਹੜਾ ਹੈਗਾ ਆ, ਜਿਹੜਾ ਮੈਂ ਹੁਣ ਇਸ ਸਾਰੇ ਕ੍ਰਾਈਸਿਸ ਦੇ ਵਿੱਚ ਮੈਂ ਤਕਰੀਬਨ 12-13 ਵੀਡੀਓਜ਼ ਬਣਾਏ ਹੈਗੇ। ਹਾਲਾਂਕਿ ਮੈਂ ਇੱਕ ਪ੍ਰੋਫੈਸ਼ਨਲ ਨਹੀਂ ਹੈਗਾ, ਮੈਂ ਤਾਂ ਅੱਖਾਂ ਡਾਕਟਰ ਹਾਂ। ਆਈਡੋਸ਼ਿਪ ਮੂਵਮੈਂਟ ਕਰਦੇ ਹਾਂ ਆਪਾਂ, ਸਾਰੇ ਸਰਵਿਸ ਕਰਦੇ हैं, बेसिक हो गई, कैटेट हो गया, ग्लूकोमा और ट्रांसप्लांटेशन सब कुछ करते हैं। लेकिन मैं एक जुमले समझदा पिया इस वेले मेरे देश ਨੂੰ, ਮੇਰੇ ਸਮਾਜ ਨੂੰ ਲੋੜ ਹੈਗੀ ਹੈ ਸਿਰਫ ਜਾਣਕਾਰੀ ਪ੍ਰਦਾਨ ਦੀ, ਅਵੇਅਰਨੈਸ ਦੀ, ਇੱਕ ਦੂਜੇ ਨੂੰ ਮੋਟੀਵੇਟ ਕਰਨ ਦੀ। ਸੋ ਮੈਂ ਰਿਕੁਐਸਟ ਕਰਾਂਗਾ ਸਾਡੇ ਜਿੰਨੇ ਨੌਜਵਾਨ ਹੈਗੇ ਆ, ਇਸ ਬਾਤ ਦੇ ਮੇਰੀ ਇਹ ਵੀਡੀਓ ਦੇਖ ਕੇ ਜ਼ਰੂਰ ਸੋਚੋ ਕਿ ਉਹਨਾਂ ਅੰਦਰ ਕੀ ਹਿਡਨ ਟੈਲੈਂਟ ਹੈਗਾ ਆ, ਕਿਵੇਂ ਉਹ ਸਮਾਜ ਸੇਵਾ ਕਰ ਸਕਦੇ ਆ, ਕਿਵੇਂ ਐਗਜ਼ਾਮਪਲ ਹੋ ਸਕਦੇ ਆ। ਕਿਉਂਕਿ ਇਹ 100 ਸਾਲ ਪਹਿਲਾਂ ਇੱਕ ਮਹਾਮਾਰੀ ਆਈ ਸੀਗੀ, ਆਪਾਂ ਹਿਸਟਰੀ ਕਦੇ ਪੜ੍ਹੀ ਕੋਈ ਗੱਲ ਨਹੀਂ ਕੀਤਾ, ਲੇਕਿਨ ਹੁਣ ਦੇਖਦੇ ਕਿੰਨੀ ਵੱਡੀ ਹੈ, ਕਿੰਨਾ ਪੈਨਿਕ ਫੈਲਾ ਹੋਇਆ। ਦੇਖੋ ਮੈਂ ਸਲੂਟ ਕਰਦਾ ਸਾਡੇ ਸ਼ਹਿਰ ਦੇ ਏਸੀਪੀ ਸਾਡੇ ਮਿਸਟਰ ਕੋਹਲੀ ਜੀ, ਉਹਨਾਂ ਦੇ ਮੈਂ ਕਹਾਂ ਸ਼ਹਾਦਤ ਹੋਈ ਹੈ ਉਹਨਾਂ ਦੀ, ਕਾਹਦੇ ਵਾਸਤੇ? ਸਾਡੇ ਵਾਸਤੇ। ਉਹਨਾਂ ਨੇ ਕੁਰਬਾਨੀ ਦੇ ਦਿੱਤੀ ਤੇ ਹੋਰ ਵੀ ਕਿੰਨੇ ਸਾਡੇ ਸੱਜਣ ਹੈਗੇ ਨੇ ਜਿਹੜੇ ਪੋਜ਼ਿਟਿਵ ਆਏ ਹੋਏ ਸਾਡੇ ਵਾਸਤੇ, ਰੱਖਿਆ ਵਾਸਤੇ। ਕੀ ਆਪਾਂ ਘਰਾਂ 'ਚ ਬਹਿ ਕੇ ਆਪਾਂ ਛੋਟੀ ਛੋਟੀ ਸੋਚ ਹੀ ਸਕਦੇ ਕਿ ਆਪਾਂ ਕਿੱਦਾਂ ਹੈਲਪ ਕਰੀਏ। ਮੇਰੇ ਸਮੁੱਚੇ ਨੌਜਵਾਨਾਂ ਨੂੰ ਬੇਨਤੀ ਹੈਗੀ ਹੈ, ਪਲੀਜ਼ ਇਹ ਸਮਾਜ ਸਾਡਾ ਹੈ, ਦੇਸ਼ ਸਾਡਾ ਹੈ, ਸੁਸਾਇਟੀ ਸਾਡੀ ਹੈਗੀ ਹੈ, ਆਪਾਂ ਸੋਚੀਏ। ਸਾਨੂੰ ਮਾਲਕ ਨੇ ਇੱਕ ਮੌਕਾ ਦਿੱਤਾ, ਜੋ ਸਾਡੇ ਅੰਦਰ ਟੈਲੈਂਟ ਹੈਗਾ ਹੈ, ਉਹ ਟੈਲੈਂਟ ਕਿਸੇ ਕੰਮ ਆ ਸਕਦਾ ਹੈ। ਸੋ ਆਪਾਂ ਛੋਟੇ ਛੋਟੇ ਪਹਿਲੂ ਡਿਸਕਸ ਕੀਤੇ ਹੈ ਕਿ ਅੱਜ ਦਾ ਯੂਥ ਜਾਂ ਜਿਹੜੇ ਬੱਚੇ ਹੈਗੇ ਨੇ ਉਹ ਆਪਣੇ ਇਸ ਕਰੋਨਾ ਕ੍ਰਾਈਸਿਸ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਅੰਦਰ ਕੋਈ ਹਿਡਨ ਟੈਲੈਂਟ ਹੈਗਾ ਆ, ਉਹਨੂੰ ਦੇਖਦੇ ਹੋਏ ਜਿੱਥੇ ਲੋੜਾਂ ਹੈਗੀਆਂ ਨੇ ਉਹ ਕਿੱਦਾਂ ਉਹਨਾਂ ਨੂੰ ਪੂਰੀ ਕਰ ਸਕਦੇ ਨੇ, ਗੈਪ ਪੂਰੇ ਕਰ ਸਕਦੇ ਨੇ, ਤੇ ਕਿਵੇਂ ਰੋਲ ਪਲੇ ਕਰਕੇ ਇਸ ਬਹੁਤ ਵੱਡੀ ਮਹਾਮਾਰੀ ਜਿਹੜੀ ਹੈਗੀ ਆ, ਜਿਹੜੀ ਸਮੁੱਚੇ ਸੰਸਾਰ ਨੂੰ ਜਿਹੜੇ ਡਰਾਇਆ ਹੋਇਆ ਹੈ, ਉਹ 'ਚ ਆਪਾਂ ਜੰਗ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ। तो मैं चाहांगा कि तुसी सारे बच्चों अपने आप अलर्ट रखो ते अपना जिहड़ा मन जिहड़ा हैगा उन्हें भी शांत रखो ते ओपन माइंड होकर समझो सारी गल, पैनिक ना हो। सो मैं रिक्वेस्ट करांगा साडे जिहड़े आई डोनर जिन्हें अखां नाल फॉर्म भरे हुए हैं, साडे प्रेस करने वाले वो इंसान बड़े अच्छे इंसान ने जिन्होंने साडे इस सोचा होया कि अखां दान मुहिम दे विच पार्टिसिपेट कीता होया, किस काम आना हैगा। वो इंसान साढ़े एनसीसी के वॉलंटियर्स, एनएसएस के वॉलंटियर्स, साढ़े ब्लड डोनर्स, मेरे फेसबुक पे मेरे फ्रेंड्स ते सोशल वर्कर्स ते हर वो इंसान जिहड़ा किसी के प्रति अपनी दुख दर्द समझदा है, जिहदे दिल च दर्द हैगी है कि वो भी मेरे बराबर है, वो भी एक इंसान हैगा है, मैं वो काम आ सकदा। मैं सब नूं अपील करांगा, खास करके साढ़े एनआरआई भाईचारा बाहर वो कितना दर्द हैगा साढ़े समाज के प्रति, साढ़े पंजाब च आके या उत्थे भी सेवा निभाते हुए उन्होंने रिक्वेस्ट करांगा, साढ़े नौजवान जर्नलिस्ट, साढ़े राइटर्स, साढ़े हर वो वर्ग जिहड़ा इस कोई भी पार्टिसिपेट कर सकता साढ़े सोशल एक्टिविटीज में, तो उन्होंने सब रिक्वेस्ट करांगा कि आओ इस दुख की घड़ी दे विच अपने अंदर टैलेंट ਨੂੰ ਉਭਾਰ ਕੇ ਸਾਡੇ ਨਾਲ ਸੰਪਰਕ ਕਰੋ, ਜਾਂ ਤੁਸੀਂ ਆਪਣੀ ਉੱਥੇ ਹੈਲਥ ਅਥਾਰਟੀਜ਼ ਨੂੰ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਆਨਲਾਈਨ ਜਿਹੜੀ ਸੇਵਾ ਨਿਭਾਉਂਦੇ ਹੁੰਦੇ ਨੇ ਉਹਨਾਂ ਨਾਲ ਸੰਪਰਕ ਕਰੋ, ਜਿੱਥੇ ਜੋ ਆਪਾਂ ਕਰ ਸਕਦੇ ਹਾਂ। तो मैंने उम्मीद हैगी है ਤੁਹਾਨੂੰ ਸਾਡਾ ਇਹ ਛੋਟਾ ਜਿਹਾ ਪ੍ਰयास ਜਿਹਦੇ ਨੌਜਵਾਨ ਜਿਹੜਾ ਹੈਗਾ ਆ ਕਿੱਦਾਂ ਉਹ ਹੈਲਪ ਕਰ ਸਕਦਾ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। मैं चाहूँगा साडा ये जिहड़ा प्रयास जिहड़ा हैगा छोटी वीडियो बनाई है उसके अपने सज्जनां मित्रां दे नाल मैक्सिमम शेयर करो। तुहाडे शेयर करन दे नाल शायद किसी दे मन दे विच जिज्ञासा पैदा होएगी, वो भी अपने इलाके सेवा करन लग जाएगा। चाहे उसकी छोटी सेवा हो बड़ी सेवा, शायद किसी जान बच सकती है। गल करन नूं छोटी लगदी है लेकिन किसी हेल्प कर सकती है। तो साडे ये वीडियो नूं मैक्सिमम लाइक करो, इन्हें शेयर करवाओ
ਤੇ ਨੈਕਸਟ ਸਾਡੇ ਇਹ ਜਿਹੜਾ ਸੁਪਰ ਸਪੈਸ਼ਲਿਟੀ ਸਾਡਾ ਜਿਹੜਾ ਆਪਣਾ YouTube ਚੈਨਲ ਹੈਗਾ ਆ ਡਾਕਟਰ ਮੇਸ਼ ਸੁਪਰ ਸਪੈਸ਼ਲਿਟੀ, ਇਹਨੂੰ ਤੁਸੀਂ ਸਬਸਕ੍ਰਾਈਬ ਵੀ ਕਰਵਾਓ। ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਬਾਰ-ਬਾਰ ਆਪਾਂ ਹੈਲਥ ਐਜੂਕੇਸ਼ਨ ਤੇ ਆਪਾਂ ਕੁਝ ਵੀਡੀਓ ਬਣਾ ਕੇ ਆਪਾਂ ਆਪਣੇ ਸਮਾਜ ਦੇ ਪ੍ਰਤੀ ਆਪਾਂ ਸਨਮੁਖ ਕਰੀਏ, ਸ਼ੇਅਰ ਕਰੀਏ। ਜੋ ਮੇਰੇ ਦਿਲ ਦੇ ਵਿੱਚ ਤੜਫ ਹੈਗੀ ਹੈ, ਭਾਵਨਾ ਹੈਗੀ ਹੈ, ਸਮਾਜ ਲਈ ਮੈਂ ਕਰਨਾ ਚਾਹੁੰਦਾ। ਭਲੇ ਹੀ ਮੈਂ ਅੱਖਾਂ ਡਾਕਟਰ ਮੈਂ ਸੇਵਾ ਨਹੀਂ ਕੋਰੋਨਾ 'ਚ ਕਰ ਸਕਦਾ, ਲੇਕਿਨ ਮੈਨੂੰ ਉਮੀਦ ਹੈਗੀ ਹੈ ਪਿਛਲੇ 28 ਸਾਲਾਂ ਲਗਾਤਾਰ ਜੋ ਮਾਲਕ ਨੇ ਸਾਨੂੰ ਸੇਵਾ ਦਿੱਤੀ ਹੋਈ ਹੈ ਅੱਖਾਂ ਦਾਨ ਦੇ ਪ੍ਰਚਾਰ ਦੀ, ਸਾਡਾ ਇੱਕ ਪਲੇਟਫਾਰਮ ਬਣਿਆ ਹੋਇਆ, ਲੋਕ ਮੈਨੂੰ ਪਿਆਰ ਕਰਦੇ ਨੇ। ਮੈਂ ਹੁਣ ਤੱਕ ਜਿੰਨੀ ਵੀ ਅੱਖਾਂ ਟ੍ਰਾਂਸਪਲਾਂਟ ਕੀਤੀਆਂ ਟੋਟਲੀ ਫ੍ਰੀ ਕੀਤੀਆਂ। ਇੱਕ ਇੰਡੀਆ 'ਚ ਸਾਡਾ ਆਈ ਬੈਂਕ ਜਿਹੜਾ ਹੈ ਪੁਨਰਜੋਤ ਆਈ ਬੈਂਕ ਇੱਕ ਮਿਸਾਲ ਬਣਿਆ, ਇੱਕ ਨੰਬਰ 1 ਤੇ ਆਈ ਬੈਂਕ ਹੈ ਜਿੱਥੇ ਹੁਣ ਤੱਕ ਤਕਰੀਬਨ 7000 ਤੋਂ ਉੱਪਰ ਅੱਖਾਂ ਦਾਨ ਲੈ ਚੁੱਕੇ हैं ਤੇ 52 ਤੋਂ ਉੱਪਰ ਫ੍ਰੀ ਟ੍ਰਾਂਸਪਲਾਂਟ ਹੋ ਚੁੱਕੇ हैं ਤੇ ਇੰਡੀਆ ਦਾ ਪੰਜਾਬ ਪਹਿਲਾ ਸੂਬਾ ਬਣ ਜਾ ਰਿਹਾ ਹੈ ਅੱਖਾਂ ਦਾਨ ਦੀ ਅਵੇਅਰਨੈਸ ਲਈ। ਬਹੁਤ ਵੱਡੀ ਗੱਲ ਹੈ, ਲੋਕਾਂ ਨੇ ਵਿਸ਼ਵਾਸ ਕੀਤਾ ਹੈ। ਤੁਸੀਂ ਵਿਸ਼ਵਾਸ ਦਿੱਤਾ ਹੈ, ਤੁਹਾਨੂੰ ਬੇਨਤੀ ਕਰਾਂਗਾ ਸਾਡੇ ਜਿਹੜੇ ਪ੍ਰਯਾਸ ਹੈਗੇ ਨੇ ਇਹਨਾਂ ਨੂੰ ਪਲੀਜ਼, ਸਾਡੇ ਛੋਟੇ ਵੀਡੀਓਜ਼ ਬਣਾ ਰਹੇ ਆਪਾਂ, ਇਹਨੂੰ ਤੁਸੀਂ ਪਲੀਜ਼ ਸ਼ੇਅਰ ਕਰੋ ਮੈਕਸਿਮਮ। ਤੁਹਾਡੇ ਸ਼ੇਅਰ ਕਰਨ ਦੇ ਨਾਲ ਮੈਨੂੰ ਵੀ ਹੈ ਆਪਾਂ ਕੋਰੋਨਾ ਦੀ ਜੰਗ ਜਿਹੜੀ ਹੈਗੀ ਹੈ ਉਹ ਜਿੱਤ ਲੈਣੀ ਹੈਗੀ ਆਪਾਂ। ਸੋ ਆਖਰ 'ਚ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਸਲੂਟ ਕਰਦਾ ਸਭ ਨੂੰ ਜਿਹੜੇ ਸਾਡੇ ਇਸ ਕਾਰਜ ਦੇ ਵਿੱਚ ਕੋਰੋਨਾ ਵਿੱਚ ਜੰਗ ਲੜ ਰਹੇ ਨੇ। ਤੇ ਮੈਂ ਸ਼ਰਧਾਂਜਲੀ ਦਿੰਦਾ ਸਾਡੇ ACP ਸਾਡੇ ਲੁਧਿਆਣਾ ਜ਼ਿਲ੍ਹੇ ਸ਼ਹਿਰ ਦੇ, ਜਿਨ੍ਹਾਂ ਨੇ ਕੋਰੋਨਾ ਦੇ ਲੜਾਈ ਦੇ ਵਿੱਚ ਲੜਦੇ ਉਹਨਾਂ ਨੇ ਸ਼ਹਾਦਤ ਦਿੱਤੀ ਹੈਗੀ। ਸਾਡੇ ਕੋਲ ਐਗਜ਼ਾਮਪਲ ਬਣੇ। ਆਪਾਂ ਸਮੁੱਚਾ ਸਾਡਾ ਪੰਜਾਬ, ਸਾਡਾ ਦੇਸ਼, ਮਨੁੱਖਤਾ ਸਮੁੱਚੀ ਲੁਕਾਈ ਉਹਨਾਂ ਨੂੰ ਦੇਣ ਨਹੀਂ ਦੇ ਸਕਦੇ, ਉਹਨਾਂ ਦੇ ਪਰਿਵਾਰ ਦਾ ਦੇਣ ਨਹੀਂ ਦੇ ਸਕਦੇ। ਹਾਂ, ਜੇਕਰ ਆਪਾਂ ਸਾਰਾ ਸੰਸਾਰ ਦੇ ਲੋਕ ਜੇ ਕੋਰੋਨਾ ਪ੍ਰਤੀ ਸਮਝ ਲਈਏ, ਹੈਲਥ ਐਜੂਕੇਟ ਹੋ ਜਾਈਏ, ਸਰਕਾਰ ਦਾ ਕਹਿਣਾ ਮੰਨੀਏ, ਹੋਮ ਸਟੇ ਆਪਾਂ ਘਰ ਦੇ ਅੰਦਰ ਰਹੀਏ, ਆਪਾਂ ਬਾਰ-ਬਾਰ ਹੱਥ ਧੋਈਏ, ਸੋਸ਼ਲ ਡਿਸਟੈਂਸਿੰਗ ਲਈਏ, ਸੈਲਫ ਇਮਿਊਨਿਟੀ ਕਰੀਏ, ਸਰਕਾਰ ਦਾ ਕਹਿਣਾ ਮੰਨ ਲਈਏ, ਤਾਂ ਇਹ ਚੀਜ਼ਾਂ ਸ਼ਹਾਦਤਾਂ ਹੋਣੀਆਂ ਨਹੀਂ ਸੀ। ਸਾਡੇ ਸਾਰਿਆਂ ਦਾ ਫਰਜ਼ ਬਣਦਾ ਇਹ ਨਿੱਕੀ ਗੱਲਾਂ ਨੂੰ ਸਮਝ ਕੇ ਉੱਤੇ ਪਹਿਰਾ ਦੇਣਾ। तो मैं आकर फिर ਤੁਹਾਡੇ ਸਾਰੇ ਧੰਨਵਾਦ ਕਰਨਾ ਤੇ ਅਪੀਲ ਕਰਨਾ ਸਾਡਾ ਇਸ ਸੁਨੇਹਾ ਤੁਸੀਂ ਕਰ ਜਾਓ। ਹਾਂ, ਕਿਸੇ ਨੂੰ ਕੋਈ ਸਵਾਲ ਹੈਗਾ, ਕੋਈ ਜਾਣਕਾਰੀ ਚਾਹੁੰਦਾ ਹੈ, ਸਾਡੇ YouTube ਚੈਨਲ ਦੇ ਕਮੈਂਟ ਬਾਕਸ ਹੈਗਾ, ਤੁਹਾਨੂੰ ਜ਼ਰੂਰ ਸਵਾਲ ਪਾਓ, ਸਾਨੂੰ ਬੜੀ ਖੁਸ਼ੀ ਹੋਏਗੀ ਤੁਹਾਡਾ ਜਵਾਬ ਦੇ ਕੇ। ਜੈ ਹਿੰਦ। thank you